तो अज दी इस सैशन दे विच असीं मोस्ट इंपोर्टेंट MCQ जिहड़े आ डिस्कस करन जा रहे हैं। इस तो पहला असीं पार्ट 1 दे मोस्ट इंपोर्टेंट MCQ जिहड़े आ डिस्कस कर चुके हैं। अज उसका असीं सैकेंड पार्ट जिहड़ा डिस्कस करांगे ते इस दे नाल ही असीं स्क्रीन शुरू करते हैं। शेयर करन जा रहे हैं मैं स्क्रीन ते असीं अपने सैटअप ते चलते हैं। ये तुसीं देख रहे हो कि असीं क्वेश्चन नंबर 51 जो तुसीं स्क्रीन ते दिख सकते हो। क्वेश्चन नंबर 51 है जिस दे विच है कि स्टे विच एक इंसुलेटर धरती तो कितना उच्चा पाया जाता है। जदों असीं एक पोल लगाने हैं तो पोल दे उत्ते असीं एक स्टे वायर लगाने हैं और स्टे वायर दे विच एक एग इंसुलेटर असीं यूज़ करते हैं। एग इंसुलेटर तो वो कह रहा है कि स्टे विच एग इंसुलेटर जिहड़ा धरती तो ये धरती है, धरती तो कितनी ऊंचाई ते जिहड़ा वो लगाया जाता है, वो लगाया जाता है जी 10 फुट की ऊंचाई तो लगाया जाता है। नैक्सट क्वेश्चन है कि AC आएगा एलुमीनियम कंडक्टर स्टील रीइनफोर्स ਦਾ ਕਿੰਨਾ ਹਿੱਸਾ ਜ਼ਖਮੀ ਹੋਇਆ ਹੋਵੇ ਤਾਂ ਉਸ ਨੂੰ ਰਿਪੇਅਰ ਕੀਤਾ ਜਾ ਸਕਦਾ ਹੈ। ਯਾਨੀ ਕਿ ਕਿੰਨਾ ਹਿੱਸਾ ਉਹਦਾ ਅਗਰ ਖਰਾਬ ਹੋਇਆ ਹੋਏ ਤੁਸੀਂ ਰਿਪੇਅਰ ਕਰ ਸਕਦੇ ਹੋ। ਆਪਸ਼ਨ ਹੈ 1/3 ਹਿੱਸਾ, 1/4 ਹਿੱਸਾ, 1/6 ਹਿੱਸਾ ਜਾਂ 1/2 ਹਿੱਸਾ। ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ 1/6 ਹਿੱਸਾ ਇਸ ਦਾ ਰਾਈਟ ਆਂਸਰ ਆਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ 57 ਜਿਸ ਦੇ ਵਿੱਚ ਤਾਪਮਾਨ ਵਧਣ ਦੇ ਨਾਲ ਸੈਗ ਵੱਧਦਾ ਹੈ ਘਟਦਾ ਹੈ ਕੋਈ ਫਰਕ ਨਹੀਂ ਪੈਂਦਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੈਗ ਇਹ ਸਾਡੇ ਕੋਲ ਇੱਕ ਪੋਲ ਹੈ ਔਰ ਇੱਕ ਪੋਲ ਇਹ ਹੈ ਸਾਡੇ ਕੋਲ। ਇਸ ਦੇ ਵਿੱਚ ਜਦੋਂ ਅਸੀਂ ਕੰਡਕਟਰ ਨੂੰ ਲਗਾਉਂਦੇ ਹਾਂ ਇਸ ਦੇ ਵਿੱਚ ਇੱਕ ਜਿਹੜੀ ਡਿਪ ਸ਼ੋ ਹੁੰਦੀ ਹੈ ਇਹ ਮੰਨ ਲਓ ਜੀ ਸਟੇਟ ਲਾਈਨ ਹੈ। ਇਹਦੇ ਵਿੱਚ ਇਹ ਜਿਹੜਾ ਗੈਪ ਹੈ ਜਿਹੜਾ ਕੰਡਕਟਰ ਨੀਚੇ ਨੂੰ ਆਉਂਦਾ ਦੋ ਸਪੋਰਟਾਂ ਦੇ ਵਿੱਚ ਉਹਨੂੰ ਅਸੀਂ ਕਹਿੰਦੇ ਹਾਂ ਜੀ ਸੈਗ। ਉਹਨੂੰ ਅਸੀਂ ਕੀ ਕਹਿੰਦੇ ਹਾਂ ਸੈਗ। ਤੇ ਤੁਸੀਂ ਦੇਖਿਆ ਹੋਏਗਾ ਕਿ ਗਰਮੀਆਂ ਦੇ ਵਿੱਚ ਤਾਰਾਂ ਜਿਹੜੀਆਂ ਹੁੰਦੀਆਂ ਉਹ ਐਕਸਪੈਂਡ ਹੁੰਦੀਆਂ। ਐਕਸਪੈਂਡ ਦੇ ਕਾਰਨ ਉਹਨਾਂ ਦੀ ਜਿਹੜੀ ਡਿਪ ਹੈ ਇਹ ਜਿਹੜੀ ਉਹਨਾਂ ਦੇ ਲਮਕਣ ਦੀ ਜਿਹੜੀ ਰੇਟ ਹੈ ਉਹ ਵੱਧ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੈਗ। ਤਾਪਮਾਨ ਵਧਣ ਦੇ ਨਾਲ ਕੀ ਹੁੰਦਾ ਹੈ ਸੈਗ ਵੱਧਦਾ ਹੈ ਤੇ ਤਾਪਮਾਨ ਘੱਟ ਦੇ ਨਾਲ ਇਹ ਕੀ ਹੁੰਦਾ ਹੈ ਇਹਦਾ ਜਿਹੜਾ ਸੈਗ ਹੈ ਘਟਦਾ ਹੈ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੀ ਮੈਟਲ ਹੈ ਉਹ ਕੰਟਰੈਕਟ ਹੁੰਦੀ ਹੈ ਤੇ ਗਰਮੀਆਂ ਦੇ ਵਿੱਚ ਐਕਸਪੈਂਡ ਹੁੰਦੀ ਹੈ। ਇਸ ਕਰਕੇ ਇਹਨਾਂ ਦੋਨਾਂ ਸਪੋਰਟ ਦੇ ਵਿੱਚ ਥੋੜਾ ਲੂਜ਼ ਪੁਆਇੰਟ ਰੱਖਿਆ ਜਾਂਦਾ ਹੈ ਕਿ ਸਰਦੀਆਂ ਦੇ ਵਿੱਚ ਤਾਰ ਨੇ ਜਿਹੜਾ ਕੰਟਰੈਕਟ ਹੋਣਾ ਹੈ ਸਿकुड़ना ਹੈ। ਇਸ ਕਰਕੇ ਤਾਰ ਜਿਹੜੀ ਹੈ ਟੁੱਟ ਨਾ ਜਾਵੇ ਇਸ ਕਰਕੇ ਇਸ ਦੇ ਵਿੱਚ ਕੁਝ ਗੈਪ ਰੱਖਿਆ ਜਾਂਦਾ ਹੈ ਔਰ ਜਿਹੜੀ ਤਾਰ ਜਿਹੜੀ ਹੈ ਉਹ ਲਟਕ ਜਾਂਦੀ ਹੈ ਔਰ ਇਹ ਜਿਹੜਾ ਗੈਪ ਹੈ ਇਹਨੂੰ ਅਸੀਂ ਕਹਿੰਦੇ ਹਾਂ ਜੀ ਸੈਗ। ਇਹ ਤਾਪਮਾਨ ਦੇ ਵਧਣ ਦੇ ਨਾਲ ਵੱਧਦਾ ਹੈ ਤੇ ਤਾਪਮਾਨ ਘਟਣ ਦੇ ਨਾਲ ਇਹ ਸੈਗ ਘਟਦਾ ਹੈ। ਤਾਂ ਦੋਨੋਂ ਤਰ੍ਹਾਂ ਦੇ ਕੁਐਸਚਨ ਆ ਸਕਦੇ ਹੈ ਕਿ ਜਿਹੜਾ ਸੈਗ ਹੈ ਉਹ ਤਾਪਮਾਨ ਵਧਣ ਦੇ ਨਾਲ ਕੀ ਹੁੰਦਾ ਹੈ ਵੱਧਦਾ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਦੋ ਪੋਲ ਉੱਪਰ ਕੰਡਾ ਤਾਰ ਕਰਦੇ ਸਮੇਂ ਧਰਤੀ ਤੋਂ ਕਿੰਨੀ ਉਚਾਈ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਪੋਲ ਤੁਹਾਨੂੰ ਪਤਾ ਜਿਹੜਾ ਸਬ ਸਟੇਸ਼ਨ ਜਿਹੜੇ ਸਾਡੇ ਟਰਾਂਸਫਾਰਮਰ ਲੱਗੇ ਹੁੰਦੇ ਆ ਨੀਅਰੈਸਟ ਲੋਡ ਸੈਂਟਰ ਤੇ ਉਸ ਦੇ ਵਿੱਚ ਜਿਹੜੀ ਹੈ ਕੰਡਾ ਤਾਰ ਜਿਹੜੀ ਹੈ ਇਸ ਤਰ੍ਹਾਂ ਕਰਕੇ ਲਪੇਟੀ ਦੀ ਹੁੰਦੀ ਹੈ। ਤਾਂ ਕੁਐਸਚਨ ਹੈ ਕਿ ਪੋਲ ਉੱਪਰ ਜਿਹੜੀ ਕੰਡਾ ਤਾਰ ਹੈ ਕਰਦੇ ਸਮੇਂ ਕਿੰਨੀ ਉਚਾਈ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਆਪਸ਼ਨ ਹੈ 1 ਮੀਟਰ 2 ਮੀਟਰ 3 ਮੀਟਰ ਤੇ 4 ਮੀਟਰ।
तो इसका जो राइट आंसर है वो आ जाएगा साढ़े को जी 3 मीटर। इसका आंसर आ जाएगा 3 मीटर। ਨੈਕਸਟ ਕੁਐਸਚਨ ਹੈ 59 ਜਿਸ ਦੇ ਵਿੱਚ ਕਿ ਡਿਸਟ੍ਰੀਬਿਊਸ਼ਨ ਲਾਈਨਾਂ ਦੇ ਗੌਡ ਕਿਉਂ ਲਗਾਏ ਜਾਂਦੇ ਹਨ। ਡਿਸਟ੍ਰੀਬਿਊਸ਼ਨ ਲਾਈਨ ਜਿਹੜੀ ਹੁੰਦੀ ਹੈ, ਠੀਕ ਹੈ, ਡਿਸਟ੍ਰੀਬਿਊਸ਼ਨ ਲਾਈਨ ਜਿਹੜੀ ਹੈ ਘਰਾਂ ਦੇ ਵਿੱਚੋਂ ਨਿਕਲਦੀ ਹੈ, ਰੇਲਵੇ ਕ੍ਰੋਸਿੰਗ ਤੋਂ ਨਿਕਲਦੀ ਹੈ। ਤੋ ਉਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਮੰਨ ਲਓ ਇਹ ਲਾਈਨ ਜਾ ਰਹੀ ਹੈ, ਇਸ ਨੂੰ ਅਸੀਂ ਗੌਡਿੰਗ ਕਰ ਦਿੰਦੇ ਹਾਂ। ਗੌਡਿੰਗ ਕਰਨ ਦਾ ਮੀਨਸ ਹੈ ਕਿ ਅਗਰ ਕੋਈ ਤਾਰ ਜਿਹੜੀ ਹੈ ਉਹ ਬ੍ਰੇਕ ਹੋ ਜਾਂਦੀ ਹੈ ਤਾਂ ਉਹ ਤਾਰ ਜਿਹੜੀ ਹੈ ਅਰਥ ਹੋ ਜਾਏਗੀ ਔਰ ਉਸ ਦੇ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ, ਯਾਨੀ ਕਿ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾ ਕੀਤਾ ਜਾ ਸਕਦਾ ਹੈ। ਤੋ ਕੁਐਸਚਨ ਹੈ ਕਿ ਡਿਸਟ੍ਰੀਬਿਊਸ਼ਨ ਲਾਈਨ ਦੇ ਵਿੱਚ ਗੌਡ ਕਿਉਂ ਲਗਾਏ ਜਾਂਦੇ ਹਨ। ਜਾਨੀ ਤੇ ਮਾਲੀ ਨੁਕਸਾਨ ਤੋਂ ਬਚਣ ਲਈ, ਕੰਡਕਟਰ ਦੀ ਮਕੈਨੀਕਲ ਤਾਕਤ ਨੂੰ ਵਧਾਉਣ ਦੇ ਲਈ, ਜਾਂ ਇਨਸੂਲੇਸ਼ਨ ਦੇ ਲਈ, ਜਾਂ ਤਿੰਨਾਂ ਵਿੱਚੋਂ ਕੋਈ ਨਹੀਂ। ਇਸ ਦਾ ਆਂਸਰ ਜਿਹੜਾ ਪਹਿਲਾ ਹੀ ਆ ਜਾਏਗਾ ਜੀ, ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਣ ਦੇ ਲਈ ਜਿਹੜੀ ਅਸੀਂ ਗੌਡਿੰਗ ਜਿਹੜੀ ਹੈ ਕਰਦੇ ਹਾਂ। ਨੈਕਸਟ ਕੁਐਸਚਨ ਹੈ ਕਿ ਇੱਕ ਫੇਜ਼ ਐਲਟੀ ਲਾਈਨ ਜਦੋਂ ਵਰਟੀਕਲ ਫਾਰਮੇਸ਼ਨ ਵਿੱਚ ਹੋਏ ਤਾਂ ਕਿਸ ਤਰ੍ਹਾਂ ਦੀ ਗੌਡਿੰਗ। ਵਰਟੀਕਲ ਫਾਰਮੇਸ਼ਨ ਇੱਕ ਲਾਈਨ ਇੱਦਾਂ ਆ ਜਾਂਦੀ ਹੈ, ਇੱਕ ਲਾਈਨ ਉਸ ਦੇ ਨੀਚੇ ਆ ਜਾਂਦੀ ਹੈ, ਇੱਕ ਲਾਈਨ ਫਿਰ ਉਸ ਦੇ ਨੀਚੇ ਆ ਜਾਂਦੀ ਹੈ, ਫਿਰ ਜਿਹੜੀ ਹੈ ਵਾਇਰ ਉਹ ਉਸ ਦੇ ਨੀਚੇ ਆ ਜਾਂਦੀ ਹੈ। ਉਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੀ ਜਿਹੜੀ ਗੌਡਿੰਗ ਕਰਦੇ ਹਾਂ, ਉਹ ਅਸੀਂ ਗਾਰਡਿੰਗ ਕਰਦੇ ਹਾਂ ਰਿੰਗ ਟਾਈਪ ਦੀ। ਉਹ ਅਸੀਂ ਗਾਰਡਿੰਗ ਕਰ ਦਿੰਦੇ ਹਾਂ ਰਿੰਗ ਟਾਈਪ, ਇਸ ਤਰ੍ਹਾਂ ਦਾ ਰਿੰਗ ਬਣ ਜਾਂਦਾ ਹੈ, ਇਹਨੂੰ ਅਸੀਂ ਕਹਿ ਦਿੰਦੇ ਹਾਂ ਰਿੰਗ ਗਾਰਡਿੰਗ। ਤਾਂ ਆਪਸ਼ਨ ਇਸ ਦਾ ਪਹਿਲਾ ਆ ਜਾਏਗਾ ਕਿ ਇੱਕ ਫੇਸ ਅਗਰ ਐਲਟੀ ਲਾਈਨ ਜਦੋਂ ਵਰਟੀਕਲ ਫਾਰਮੇਸ਼ਨ ਦੇ ਵਿੱਚ ਹੋਏ ਤਾਂ ਕਿਸ ਤਰ੍ਹਾਂ ਦੀ ਜਿਹੜੀ ਗਾਰਡਿੰਗ ਕੀਤੀ ਜਾਂਦੀ ਹੈ, ਉਹ ਕੀਤੀ ਜਾਂਦੀ ਹੈ ਜੀ ਰਿੰਗ ਗਾਰਡਿੰਗ। ਠੀਕ ਹੈ ਜੀ। ਐਲਟੀ ਦਾ ਮੀਨਸ ਹੁੰਦਾ ਹੈ ਲੋ ਟੈਂਸ਼ਨ ਲਾਈਨ, ਲੋ ਟੈਂਸ਼ਨ ਲਾਈਨ। ਇੱਕ ਹੁੰਦੀ ਸਾਡੇ ਕੋਲ ਐਚਟੀ ਹੁੰਦੀ ਹੈ ਹਾਈ ਟੈਂਸ਼ਨ ਲਾਈਨ। ਇਹ ਟਰਾਂਸਫਾਰਮਰ ਦੇ ਪ੍ਰਾਇਮਰੀ ਸਾਈਡ ਤੇ ਹੁੰਦੀ ਹੈ ਔਰ ਐਲਟੀ ਜਿਹੜੀ ਹੈ ਟਰਾਂਸਫਾਰਮਰ ਦੀ ਸੈਕੰਡਰੀ ਸਾਈਡ ਤੇ ਜਿਹੜੀ ਲਾਈਨ ਹੁੰਦੀ ਹੈ ਉਹਨੂੰ ਅਸੀਂ ਐਲਟੀ ਕਹਿੰਦੇ ਹਾਂ। ਨੈਕਸਟ ਕੁਐਸਚਨ ਨੰਬਰ 61 ਹੈ ਕਿ ਕਾਪਰ ਦੀ ਜਗ੍ਹਾ ਤੇ ਅੱਜ ਕੱਲ੍ਹ ਐਲੂਮੀਨੀਅਮ ਕੰਡਕਟਰ ਦੀ ਜਿਹੜੀ ਹੈ ਵਰਤੋਂ ਹੈ ਕਿਉਂ ਕੀਤੀ ਜਾਂਦੀ ਹੈ। ਕਾਪਰ ਦੀ ਜਗ੍ਹਾ ਤੇ ਐਲੂਮੀਨੀਅਮ ਕੰਡਕਟਰ ਹੀ ਵਰਤਦੇ ਹਾਂ। ਉਹ ਕੰਡਕਟਰ ਅਸੀਂ ਕਹਿੰਦੇ ACSR ਹੁੰਦਾ ਐਲੂਮੀਨੀਅਮ ਕੰਡਕਟਰ ਸਟੀਲ ਰੀਨਫੋਰਸਡ। ਇਹ ਇਸ ਦੀ ਫੁੱਲ ਫਾਰਮ ਹੈ। ਉਹ ਕਹਿ ਰਿਹਾ ਕਿ ਕਾਪਰ ਦੀ ਜਗ੍ਹਾ ਤੇ ਐਲੂਮੀਨੀਅਮ ਨਹੀਂ ਕਿਉਂ ਵਰਤਿਆ ਜਾਂਦਾ ਹੈ। ਆਪਸ਼ਨ ਹੈ ਕਿ ਐਲੂਮੀਨੀਅਮ ਦੀ ਟੈਂਸਿਲ ਸਟਰੈਂਥ ਕਾਪਰ ਨਾਲੋਂ ਵੱਧ ਹੁੰਦੀ ਹੈ, ਐਲੂਮੀਨੀਅਮ ਦਾ ਰੈਜ਼ਿਸਟੈਂਸ ਕਾਪਰ ਨਾਲੋਂ ਘੱਟ ਹੁੰਦਾ ਹੈ, ਇਹ ਆਮ ਮਿਲਦਾ ਹੈ ਤੇ ਸਸਤਾ ਹੈ। ਆਪਸ਼ਨ ਥਰਡ ਆ ਜਾਣਾ ਹੈ। ਇਹ ਕੀ ਹੈ, ਇਹ ਆਮ ਮਿਲਦਾ ਹੈ ਔਰ ਇਹ ਸਸਤਾ ਹੁੰਦਾ ਹੈ। ਤੇ ਟਰਾਂਸਮਿਸ਼ਨ ਲਾਈਨ ਦੇ ਵਿੱਚ ਅਗਰ ਅਸੀਂ ਕਾਪਰ ਯੂਜ਼ ਕਰਦੇ ਹਾਂ ਉਸ ਦੀ ਜਿਹੜੀ ਕੋਸਟ ਹੈ ਉਹ ਬੜੀ ਇਨਕਰੀਜ਼ ਹੋ ਜਾਂਦੀ ਹੈ ਤੇ ਇਸ ਕਰਕੇ ਜਿਹੜਾ ਅਸੀਂ ਐਲੂਮੀਨੀਅਮ ਕੰਡਕਟਰ ਜਿਹੜਾ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲ। ਨੈਕਸਟ ਕੁਐਸਚਨ ਆ ਗਿਆ 62 ਜਿਸ ਦੇ ਵਿੱਚ ਹੈ ਕਿ ਆਈਸੋਲੇਟਰ ਸਰਕਟ ਨੂੰ ਕੱਟਣ ਲਈ ਕਦੋਂ ਵਰਤੇ ਜਾਂਦੇ ਹਾਂ। ਦੇਖੋ ਜੀ, ਇੱਕ ਹੁੰਦਾ ਸਾਡੇ ਕੋਲ ਆਈਸੋਲੇਟਰ, ਇੱਕ ਹੁੰਦਾ ਸਾਡੇ ਕੋਲ ਸਰਕਟ ਬ੍ਰੇਕਰ। ਇਹ ਅਸੀਂ ਦੋਨੋਂ ਯੂਜ਼ ਕਰਦੇ ਹਾਂ। ਹੁਣ ਪਹਿਲਾਂ ਕੁਐਸਚਨ ਦੀ ਗੱਲ ਕਰੀਏ ਕਿ ਆਈਸੋਲੇਟਰ ਸਰਕਟ ਨੂੰ ਕੱਟਣ ਦੇ ਲਈ ਕਦੋਂ ਵਰਤੇ ਜਾਂਦੇ ਹਨ। ਜਦੋਂ ਪੂਰਾ ਲੋਡ ਹੋਵੇ, ਜਦੋਂ ਲਾਈਨ ਲਾਈਵ ਹੋਵੇ, ਜਦੋਂ ਲਾਈਨ ਵਿੱਚੋਂ ਕੋਈ ਕਰੰਟ ਨਾ ਹੋਵੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਆਈਸੋਲੇਟਰ ਅਸੀਂ ਉਦੋਂ ਵਰਤਦੇ ਹਾਂ ਜਦੋਂ ਲਾਈਨ ਦੇ ਵਿੱਚ ਕੋਈ ਵੀ ਕਰੰਟ ਨਾ ਹੋਏ। ਤਾਂ ਅਸੀਂ ਕੀ ਯੂਜ਼ ਕਰਦੇ ਹਾਂ, ਆਈਸੋਲੇਟਰ। ਆਈਸੋਲੇਟਰ ਨੂੰ ਕਦੀ ਵੀ ਲੋਡ ਵਿੱਚ ਯੂਜ਼ ਨਹੀਂ ਕਰਦੇ, ਇਹਨੂੰ ਹਮੇਸ਼ਾ ਨੋ ਲੋਡ ਦੇ ਯੂਜ਼ ਕਰਦੇ ਹਾਂ। ਇਹਨੂੰ ਅਸੀਂ ਹਮੇਸ਼ਾ
नो लोड दे यूज़ करते हैं। कई बारी पेपर च क्वेश्चन आ जाता है कि इन्हू नो लोड दे यूज़ करते हैं या ऑफ लोड दे यूज़ करते हैं, ठीक है। और एक आंदा साडे कोल सर्किट ब्रेकर जिन्हों असीं शॉर्ट दे विच CB भी कह दिंदे हैं। सर्किट ब्रेकर नू असीं ऑन लोड ते ऑफ लोड दोनों जगह ते यूज़ करते हैं। सर्किट ब्रेकर ਨੂੰ ਅਸੀਂ ਔਨ ਲੋਡ ਵੀ ਬੰਦ ਕਰ ਸਕਦੇ ਹਾਂ, ਆਫ ਲੋਡ ਵੀ ਬੰਦ ਕਰ ਸਕਦੇ ਹਾਂ, ਲੇਕਿਨ ਆਈਸੋਲੇਟਰ ਆਲਵੇਜ਼ ਜਿਹੜਾ ਉਹ ਨੋ ਲੋਡ ਤੇ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਜਦੋਂ ਵੀ ਲਾਈਨ ਕੱਟਣੀ ਹੋਏਗੀ ਸਭ ਤੋਂ ਪਹਿਲਾਂ ਅਸੀਂ ਸਰਕਟ ਬ੍ਰੇਕਰ ਬੰਦ ਕਰਦੇ ਹਾਂ, ਸਰਕਟ ਬ੍ਰੇਕਰ ਤੋਂ ਬਾਅਦ ਅਸੀਂ ਆਈਸੋਲੇਟਰ ਤੋਂ ਲਾਈਨ ਨੂੰ ਕੱਟਦੇ ਹਾਂ ਤੇ ਫਿਰ ਅੱਗੇ ਜਿਹੜਾ ਲਾਈਨ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰਦੇ ਹਾਂ। ਇਹ ਕੁਐਸਚਨ ਬਹੁਤ ਵਾਰੀ ਪੇਪਰ 'ਚ ਆ ਜਾਂਦਾ ਆਈਸੋਲੇਟਰ ਤੇ ਸਰਕਟ ਬ੍ਰੇਕਰ ਦੇ ਬਾਰੇ 'ਚ। ਤੋ ਆਈਸੋਲੇਟਰ ਹਮੇਸ਼ਾ ਇਹ ਨੌਨ ਲੋਡ ਦੀ ਕੰਡੀਸ਼ਨ ਵਿੱਚ ਹੀ ਇਹਨੂੰ ਅਸੀਂ ਆਪਰੇਟ ਕਰਦੇ ਹਾਂ ਤੇ ਜਿਹੜਾ ਸਰਕਟ ਬ੍ਰੇਕਰ ਹੈ ਇਹ ਔਨ ਲੋਡ ਵੀ ਤੇ ਆਫ ਲੋਡ ਦੋਨਾਂ ਕੇਸਾਂ ਦੇ ਵਿੱਚ ਇਹਨੂੰ ਅਸੀਂ ਯੂਜ਼ ਕਰ ਸਕਦੇ ਹਾਂ ਸਰਕਟ ਬ੍ਰੇਕਰ ਨੂੰ। ਉਸ ਤੋਂ ਬਾਅਦ ਹੈ ਕਿ ਸਿਸਟਮ ਦਾ ਪਾਵਰ ਫੈਕਟਰ ਫੇਜ਼ ਅੰਤਰ ਵਿੱਚ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ। ਅਸੀਂ ਪਾਵਰ ਫੈਕਟਰ ਕੀਤਾ ਸੀ ਕਿ ਇਹ ਵੋਲਟੇਜ ਹੈ ਔਰ ਇਹ ਸਾਡੇ ਕੋਲ ਕਰੰਟ ਹੈ। ਵੋਲਟੇਜ ਤੇ ਜਿਹੜਾ ਕਰੰਟ ਦੇ ਵਿੱਚ ਜਿਹੜਾ ਐਂਗਲ ਹੁੰਦਾ ਹੈ ਉਹਨੂੰ ਅਸੀਂ ਪਾਵਰ ਫੈਕਟਰ ਕਹਿੰਦੇ ਹਾਂ ਤੇ ਉਹ ਐਂਗਲ ਨੂੰ ਅਸੀਂ ਕੋਸ ਫਾਈ ਦੇ ਨਾਲ ਡਿਨੋਟ ਕਰਦੇ ਹਾਂ। ਤੇ ਕੁਐਸਚਨ ਹੈ ਕਿ ਸਿਸਟਮ ਦਾ ਜਿਹੜਾ ਪਾਵਰ ਫੈਕਟਰ ਹੈ ਫੇਜ਼ ਅੰਤਰ ਵਿੱਚ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ, ਕੋਸ ਦੇ ਨਾਲ, ਸਾਈਨ ਦੇ ਨਾਲ, ਟੈਨ ਦੇ ਨਾਲ। ਤੇ ਇਸ ਦਾ ਆਨਸਰ ਜਿਹੜਾ ਫਸਟ ਆ ਜਾਏਗਾ ਕਿ ਉਹਨੂੰ ਅਸੀਂ ਕੋਨ ਦੇ ਨਾਲ, ਕੋਸ ਯਾਨੀ ਕਿ ਕੋਸ ਥੀਟਾ ਕੋਸ ਫਾਈ ਇਸ ਐਂਗਲ ਦੇ ਨਾਲ ਉਹਨੂੰ ਅਸੀਂ ਸ਼ੋ ਕਰਦੇ ਹਾਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਨਿਊਕਲੀਅਰ ਪਲਾਂਟਾਂ ਦੇ ਵਿੱਚ ਕਿਹੜੀ ਕਿਸਮ ਦੀ ਜਿਹੜੀ ਟਰਬਾਈਨ ਹੈ ਵਰਤੀ ਜਾਂਦੀ। ਨਿਊਕਲੀਅਰ ਪਾਵਰ ਪਲਾਂਟ ਜਾਂ ਨਿਊਕਲੀਅਰ ਪਾਵਰ ਪਲਾਂਟਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਟਰਬਾਈਨ ਜਿਹੜੀ ਹੈ ਵਰਤੀ ਜਾਂਦੀ ਹੈ, ਭਾਫ ਵਾਲੀ, ਤੇਲ ਵਾਲੀ, ਪਾਣੀ ਵਾਲੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਉੱਥੇ ਜਿਹੜੀ ਟਰਬਾਈਨ ਵਰਤੀ ਜਾਂਦੀ ਹੈ ਜੀ ਉਹ ਕਿਹੜੀ ਵਰਤੀ ਜਾਂਦੀ ਹੈ, ਭਾਫ ਵਾਲੀ। ਭਾਫ ਵਾਲੀ ਜਿਹੜੀ ਟਰਬਾਈਨ ਹੈ ਉਹ ਵਰਤੀ ਜਾਂਦੀ ਹੈ। ਨੈਕਸਟ ਕੁਐਸਚਨ ਹੈ 65 ਹੈ ਕਿ ਕੰਡੈਂਸਰ ਜਿਹਨੂੰ ਅਸੀਂ ਕਪੈਸਿਟਰ ਕਹਿੰਦੇ ਹਾਂ, ਕੰਡੈਂਸਰ ਦੀ ਜਿਹੜੀ ਕਪੈਸਿਟੀ ਹੈ ਉਹ ਕਿਸ ਦੇ ਉੱਪਰ ਨਿਰਭਰ ਕਰਦੀ ਹੈ। ਕੰਡੈਂਸਰ ਦੀ ਕਪੈਸਿਟੀ ਕਿਸ ਦੇ ਉੱਪਰ ਨਿਰਭਰ ਕਰਦੀ ਹੈ। ਜਦੋਂ ਵੀ ਅਸੀਂ ਕਪੈਸਿਟਰ ਮਾਰਕੀਟ ਤੋਂ ਲਿਆਉਂਦੇ ਹਾਂ ਤਾਂ ਸਾਨੂੰ ਪਹਿਲਾਂ ਉਹਦੀ ਕਪੈਸਿਟੀ ਬੋਲਣੀ ਪੈਂਦੀ ਹੈ, ਸਾਨੂੰ ਕਿੰਨੇ ਦਾ ਕਪੈਸਿਟਰ ਚਾਹੀਦਾ। ਜਿਸ ਤਰ੍ਹਾਂ ਅਸੀਂ ਫੈਨ ਦੇ ਵਿੱਚ 2.5 ਮਾਈਕਰੋਫੈਰਡ ਦਾ ਜਿਹੜਾ ਯੂਜ਼ ਕਰਦੇ ਹਾਂ, ਕੂਲਰ ਦੀ ਮੋਟਰ ਹੈ ਉਹਦੇ ਵਿੱਚ ਅਸੀਂ 3.5 ਯੂਜ਼ ਕਰਦੇ ਹਾਂ। ਅਗਰ ਸਾਡੇ ਕੋਲ ਮੋਟਰ ਹੈ, ਪਾਣੀ ਵਾਲੀ ਮੋਟਰ ਹੈ, ਅੱਧੀ ਦੀ ਮੋਟਰ ਹੈ, ਉਹ 'ਚ 10 ਐਂਪੀਅਰ 10 ਮਾਈਕਰੋਫੈਰਡ ਦਾ ਜਿਹੜਾ ਅਸੀਂ ਯੂਜ਼ ਕਰਦੇ ਹਾਂ। ਇਹਦੇ ਵਿੱਚ ਇਹ ਆ ਗਿਆ ਕੂਲਰ ਦੇ ਵਿੱਚ ਮਾਈਕਰੋਫੈਰਡ। ਕਹਿੰਦੇ ਇਹਦੀ ਜਿਹੜੀ ਕਪੈਸਿਟੀ ਹੈ ਉਹ ਕਿਸ ਦੇ ਉੱਪਰ ਨਿਰਭਰ ਕਰਦੀ ਹੈ। ਆਪਸ਼ਨ ਪਹਿਲਾ ਕਿ ਪਲੇਟਾਂ ਦਾ ਖੇਤਰਫਲ, ਕਿਉਂਕਿ ਇਹਦੇ ਵਿੱਚ 2 ਪਲੇਟਾਂ ਹੁੰਦੀਆਂ, ਪਲੇਟਾਂ ਦੇ ਖੇਤਰਫਲ ਦੇ ਉੱਪਰ ਨਿਰਭਰ ਕਰਦੀ ਹੈ, ਜਾਂ ਪਲੇਟਾਂ ਦੇ ਵਿੱਚ ਜਿਹੜੇ ਆਪਸੀ ਫਾਸਲਾ ਇਸ ਦੇ ਉੱਪਰ ਨਿਰਭਰ ਕਰਦੀ ਹੈ, ਜਾਂ ਡਾਇਲੈਕਟ੍ਰਿਕ ਸਟਰੈਂਥ ਇਹਨਾਂ ਦੇ ਵਿੱਚ ਜਿਹੜੀ ਦੋਨਾਂ ਵਿੱਚ ਡਾਇਲੈਕਟ੍ਰਿਕ ਸਟਰੈਂਥ ਹੈ ਉਸ ਦੇ ਉੱਪਰ ਡਿਪੈਂਡ ਕਰਦੀ ਹੈ, ਜੋ ਉਪਰੋਕਤ ਸਾਰੇ ਹੀ। ਇਹ ਸਾਰੇ ਹੀ ਪੁਆਇੰਟ ਇਸ ਦੇ ਉੱਪਰ ਨਿਰਭਰ ਕਰਦੇ ਹਨ ਕਿ ਜਦੋਂ ਕੰਡੈਂਸਰ ਦੀ ਜਿਹੜੀ ਕਪੈਸਿਟੀ ਹੈ, ਅਗਰ ਸਾਡੇ ਕੋਲ ਵੱਡਾ ਕੰਡੈਂਸਰ ਹੈ ਉਸ ਦੇ ਵਿੱਚ ਪਲੇਟਾਂ ਦਾ ਖੇਤਰਫਲ ਅਸੀਂ ਵਧਾ ਦਾਂਗੇ, ਉਹਨਾਂ ਦੇ ਵਿੱਚ ਆਪਸੀ ਫਾਸਲਾ ਤੇ ਉਹਨਾਂ ਦੇ ਵਿੱਚ ਜਿਹੜੀ ਡਾਇਲੈਕਟ੍ਰਿਕ ਸਟਰੈਂਥ, ਇਹ ਸਾਰੇ ਹੀ ਜਿਹੜੇ ਪੁਆਇੰਟ ਹੈ ਉਹ ਇਸ ਦੇ ਨਾਲ ਸੰਬੰਧਿਤ ਹਨ। ਉਸ ਤੋਂ ਬਾਅਦ ਨੈਕਸਟ ਕੁਐਸਚਨ ਅਸੀਂ ਕਰਾਂਗੇ 66। ਇਹ ਕੁਐਸਚਨ ਹੈ ਜਿਸ ਦੇ ਵਿੱਚ ਹੈ ਕਿ ਕਪੈਸਿਟਰ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਡਾਇਲੈਕਟ੍ਰਿਕ ਸਟਰੈਂਥ ਵਜੋਂ ਵਰਤਿਆ ਜਾਂਦਾ ਹੈ। ਹਵਾ, ਕਾਗਜ਼, ਮਾਈਕਾ, ਸਾਰੇ। ਇਹ ਸਾਰੇ ਹੀ ਜਿਹੜੇ ਅਸੀਂ ਡਾਇਲੈਕਟ੍ਰਿਕ ਸਟਰੈਂਥ ਇੰਸੂਲੇਸ਼ਨ ਦੇ ਤੌਰ ਤੇ ਯੂਜ਼ ਕਰਦੇ ਹਾਂ। ਹਵਾ ਵੀ ਯੂਜ਼ ਕਰਦੇ ਹਾਂ, ਕਾਗਜ਼ ਵੀ ਵਰਤਦੇ ਹਾਂ ਤੇ ਮਾਈਕਾ ਵੀ ਵਰਤਦੇ ਹਾਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ 67 ਕਿ ਡਿਸਟ੍ਰੀਬਿਊਸ਼ਨ ਲਾਈਨਾਂ ਦੀ ਰੇਲਵੇ ਕ੍ਰੋਸਿੰਗ, ਜਦੋਂ ਰੇਲਵੇ ਕ੍ਰੋਸਿੰਗ ਹੁੰਦੀ ਹੈ, ਸੰਘਣੀ ਆਬਾਦੀ ਜਾਂ ਦਰਿਆਵਾਂ ਦੀ ਕ੍ਰੋਸਿੰਗ ਕਰਦੇ ਹਾਂ ਤਾਂ ਉਸ ਵੇਲੇ ਜਿਹੜੀ ਗਾਰਡਿੰਗ ਕੀਤੀ ਜਾਂਦੀ ਹੈ ਉਹ ਕਿਹੜੀ ਗਾਰਡਿੰਗ ਕੀਤੀ ਜਾਂਦੀ ਹੈ। ਉਸ ਵੇਲੇ ਗਾਰਡਿੰਗ ਜਿਹੜੀ ਹੈ ਬਾਕਸ ਗਾਰਡਿੰਗ ਕੀਤੀ ਜਾਂਦੀ ਹੈ। ਆਪਸ਼ਨ ਹੈ ਰਿੰਗ ਗਾਰਡਿੰਗ, ਕਾਰਪੈਟ ਗਾਰਡਿੰਗ, ਕਰੈਡਲ ਗਾਰਡਿੰਗ। ਉਸ ਵੇਲੇ ਅਸੀਂ ਕਰਦੇ ਹਾਂ ਬਾਕਸ ਗਾਰਡਿੰਗ ਕਿ ਕੋਈ ਅਗਰ ਤਾਰ ਬ੍ਰੇਕ ਹੋ ਜਾਂਦੀ ਹੈ ਉਹ ਬਾਕਸ ਦੇ ਵਿੱਚ ਹੀ ਲਟਕੀ ਰਹੇਗੀ, ਯਾਨੀ ਕਿ ਬਾਕਸ ਦੇ ਨਾਲ ਹੀ, ਬਾਕਸ ਦੇ ਵਿੱਚ ਹੀ, ਜਿਸ ਤਰ੍ਹਾਂ ਦੱਸਿਆ ਕਿ ਇਸ ਤਰ੍ਹਾਂ ਦਾ ਬਾਕਸ ਬਣ ਜਾਂਦਾ ਹੈ
ਔਰ ਇਸ ਦੇ ਵਿੱਚ ਹੀ ਜਿਹੜੀ ਵਾਇਰ ਹੈ ਉਹ ਰਹਿੰਦੀ ਹੈ, ਉਹ ਪਾਣੀ ਜਾਂ ਕਿਸੇ ਵੀ ਜਿਹੜੀ ਕੋਈ ਰੇਲਵੇ ਲਾਈਨ ਹੈ ਉਸ ਦੇ ਨਾਲ ਕ੍ਰੋਸ ਨਹੀਂ ਹੁੰਦੀ। ਇੱਥੇ ਅਸੀਂ ਯੂਜ਼ ਕਰਦੇ ਹਾਂ ਜੀ ਬਾਕਸ ਗਾਰਡਿੰਗ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਡਿਸਟ੍ਰੀਬਿਊਸ਼ਨ ਲਾਈਨਾਂ ਦੇ ਵਿੱਚ ਡੈਡ ਐਂਡ ਪੋਲ ਤੇ ਜਿਹੜਾ ਜੋੜ ਹੈ ਉਹ ਘੱਟ ਤੋਂ ਘੱਟ ਕਿੰਨਾ ਫਾਸਲਾ ਹੋਣਾ ਚਾਹੀਦਾ, ਯਾਨੀ ਕਿੰਨਾ ਫਾਸਲਾ ਤੇ ਦੂਰ ਹੋਣਾ ਚਾਹੀਦਾ ਡਿਸਟ੍ਰੀਬਿਊਸ਼ਨ ਲਾਈਨਾਂ ਵਿੱਚ। ਜਿਹੜਾ ਡੈਡ ਐਂਡ ਪੋਲ ਦੇ ਜਿਹੜਾ ਜੋੜ ਹੈ ਉਹ ਘੱਟ ਤੋਂ ਘੱਟ ਉਹਦਾ ਕਿੰਨਾ ਫਾਸਲਾ ਹੋਣਾ ਚਾਹੀਦਾ ਹੈ? 6 ਮੀਟਰ ਦਾ, 7 ਮੀਟਰ ਦਾ, 7.5 ਮੀਟਰ ਦਾ ਜਾਂ 8 ਮੀਟਰ ਦਾ? ਤੇ ਇਸ ਦਾ ਰਾਈਟ ਆਂਸਰ ਹੈ ਜੀ 7.5 ਮੀਟਰ ਦਾ ਜਿਹੜਾ ਫਾਸਲਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਜਦ ਮੇਨ ਕੇਬਲ ਨਾਲ ਸਰਵਿਸ ਕੇਬਲ ਜੋੜਨੀ ਹੋਵੇ, ਮੇਨ ਕੇਬਲ ਦੇ ਨਾਲ ਜਦੋਂ ਅਸੀਂ ਸਰਵਿਸ ਕੇਬਲ ਜੋੜਨੀ ਹੋਵੇ ਤਾਂ ਕਿਸ ਤਰ੍ਹਾਂ ਦਾ ਜਿਹੜਾ ਜੋੜ ਲੱਗਦਾ ਹੈ? ਸਰਵਿਸ ਕੇਬਲ ਜਿਹੜੀ ਸਾਨੂੰ ਘਰਾਂ ਦੇ ਵਿੱਚ ਜਿਹੜਾ ਅਸੀਂ ਕਨੈਕਸ਼ਨ ਦਿੰਦੇ ਹਾਂ, ਮੇਨ ਲਾਈਨ ਜਿਹੜੀ ਸਾਡੇ ਕੋਲ ਟਰਾਂਸਫਾਰਮਰ ਤੋਂ ਜਿਹੜੀ ਐਲਟੀ ਸਾਈਡ ਤੇ ਜਿਹੜੀ ਲਾਈਨ ਆਉਂਦੀ ਹੈ, ਤੇ ਉੱਥੇ ਅਸੀਂ ਕਿਹੜਾ ਜੋੜ ਲਾਉਂਦੇ ਹਾਂ? ਟੀ ਜੋੜ, ਸਿੱਧਾ ਜੋੜ ਜਾਂ ਮੈਰਿਡ ਜੋੜ, ਜਾਂ ਤਿੰਨਾਂ ਵਿੱਚੋਂ ਕੋਈ ਨਹੀਂ, ਉੱਥੇ ਅਸੀਂ ਟੀ ਜੁਆਇੰਟ ਲਾਉਂਦੇ ਹਾਂ। ਉਸ ਦੇ ਵਿੱਚ ਅਸੀਂ ਕਿਹੜਾ ਜੁਆਇੰਟ ਲਾਉਂਦੇ ਹਾਂ ਜੀ? ਇਸ ਤਰ੍ਹਾਂ ਅਸੀਂ ਇਸ ਦੇ ਵਿੱਚ ਅਸੀਂ ਟੀ ਜੁਆਇੰਟ ਜਿਹੜਾ ਉਹ ਯੂਜ਼ ਕਰਦੇ ਹਾਂ। ਇਹ ਸਾਡੇ ਹੋ ਗਈ ਮੇਨ ਲਾਈਨ, ਇਹ ਹੋ ਗਈ ਸਾਡੇ ਕੋਲ ਸਰਵਿਸ ਲਾਈਨ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਉਸ ਤੋਂ ਬਾਅਦ ਹੈ ਕਿ ਇੱਕ ਪੋਲ ਤੋਂ ਵੱਧ ਕਿੰਨੀਆਂ ਸਰਵਿਸ ਲਾਈਨਾਂ ਜਿਹੜੀਆਂ ਉਹ ਖਿੱਚ ਸਕਦੇ ਆ? ਆਪਸ਼ਨ ਹੈ 2, 4, 3 ਤੇ 5। ਇੱਕ ਪੋਲ ਤੋਂ ਜਿਹੜੀਆਂ ਇੰਡੀਅਨ ਇਲੈਕਟ੍ਰਿਸਿਟੀ ਰੂਲ ਦੇ ਅਕੋਰਡਿੰਗ 4 ਸਰਵਿਸ ਲਾਈਨਾਂ ਜਿਹੜੀਆਂ ਅਸੀਂ ਖਿੱਚ ਸਕਦੇ ਹਾਂ ਇੱਕ ਪੋਲ ਤੋਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਡਿਸਟ੍ਰੀਬਿਊਸ਼ਨ ਲਾਈਨਾਂ ਦੇ ਵਿੱਚ ਅਸੀਂ ਜੰਪਰ ਲਾਉਣ ਲਈ ਕਿਹੜੇ ਕਲੈਂਪ ਦੀ ਜਿਹੜੀ ਹੈ ਉਹ ਵਰਤੋਂ ਕਰਦੇ ਆ? ਜੰਪਰ ਲਾਉਣ ਦੇ ਲਈ ਕਿਹੜੇ ਕਲੰਪ ਦੀ ਜਿਹੜੀ ਅਸੀਂ ਵਰਤੋਂ ਕਰਦੇ ਹਾਂ? ਆਪਸ਼ਨ ਏ ਹੈ ਪੀਜੀ ਕਲੰਪ, ਡੀ ਸਟ੍ਰੈਪ, ਦੇਸੀ ਕਲੰਪ ਜਾਂ ਦਿਸਤੀ ਕਲੰਪ। ਉੱਥੇ ਅਸੀਂ ਯੂਜ਼ ਕਰਦੇ ਹਾਂ ਜੀ ਪੀਜੀ ਕਲੈਂਪ। ਪੀਜੀ ਕਲੰਪ ਹੁੰਦਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪੈਰਲਲ ਗਰੂਵ ਕਲੈਂਪ। ਠੀਕ ਹੈ ਜੀ, ਇਹ ਕਲੈਂਪ ਇਹਦੇ ਵਿੱਚ ਜਿਹੜਾ ਮੰਨ ਲਓ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ, ਇਸ ਦੇ ਵਿੱਚ ਇੱਕ ਕੰਡਕਟਰ ਇੱਥੇ ਆ ਜਾਂਦਾ ਤੇ ਇੱਕ ਕੰਡਕਟਰ ਇੱਥੇ ਆ ਜਾਂਦਾ ਹੈ, ਉੱਪਰੋਂ ਦੀ ਇਹਨੂੰ ਕਵਰ ਕੀਤਾ ਜਾਂਦਾ ਹੈ। ਇਹ ਪੈਰਲਲ ਦੇ ਵਿੱਚ ਯੂਜ਼ ਕਰਦੇ ਹਾਂ। ਪੈਰਲਲ ਗਰੂਵ, ਇਸ ਦੇ ਵਿੱਚ ਗਰੂਵ ਬਣਿਆ ਹੁੰਦਾ ਹੈ ਜਿਸ 'ਚ ਇੱਕ ਕੰਡਕਟਰ ਇੱਥੇ ਆ ਜਾਂਦਾ ਤੇ ਇੱਕ ਕੰਡਕਟਰ ਇੱਥੇ ਆ ਜਾਂਦਾ, ਉਹਨੂੰ ਅਸੀਂ ਕਹਿੰਦੇ ਹਾਂ ਪੀਜੀ ਕਲੰਪ। ਤਾਂ ਡਿਸਟ੍ਰੀਬਿਊਸ਼ਨ ਲਾਈਨਾਂ ਵਿੱਚ ਜਦੋਂ ਅਸੀਂ ਜੰਪਰ ਲਗਾਉਂਦੇ ਹਾਂ ਉਸ ਲਾਈਨ ਨੂੰ ਅੱਗੇ ਅਸੀਂ ਜੋੜਨਾ ਹੈ ਜੰਪਰ ਲਾ ਕੇ, ਉੱਥੇ ਅਸੀਂ ਪੀਜੀ ਕਲੰਪ ਜਿਹਨੂੰ ਅਸੀਂ ਕਹਿੰਦੇ ਹਾਂ ਪੀਜੀ ਕਲੰਪ। ਆਪਸ਼ਨ ਏ ਇਸ ਦਾ ਜੋ ਹੈ ਰਾਈਟ ਆਂਸਰ ਹੈ। ਉਸ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਕਿਹੜੀ ਅਰਥਿੰਗ ਦੀ ਕਿਸਮ ਨਹੀਂ ਹੈ? ਇੱਕ ਆ ਜਾਂਦਾ ਜੀ ਸਥਾਈ ਅਰਥਿੰਗ, ਇੱਕ ਆ ਜਾਂਦਾ ਅਸਥਾਈ ਟੈਂਪਰੇਰੀ ਅਰਥਿੰਗ, ਇੱਕ ਆਉਂਦੀ ਹੈ ਸਾਡੇ ਕੋਲ ਪਾਈਪ ਅਰਥਿੰਗ। ਮੈਟਲ ਅਰਥਿੰਗ ਇਹ ਅਰਥਿੰਗ ਦੀ ਕੋਈ ਟਾਈਪ ਨਹੀਂ ਹੈ। ਅਰਥਿੰਗ ਜਿਹੜੀ ਟਾਈਪ ਹੈ ਇੱਕ ਪਰਮਾਨੈਂਟ ਆ ਜਾਂਦਾ ਜਿਹਨੂੰ ਅਸੀਂ ਸਥਾਈ ਅਰਥਿੰਗ ਕਹਿੰਦੇ ਹਾਂ, ਇੱਕ ਟੈਂਪਰੇਰੀ ਤੌਰ ਤੇ ਅਰਥਿੰਗ ਕਰਦੇ ਹਾਂ ਉਹਨੂੰ ਅਸਥਾਈ ਕਹਿ ਦਿੰਦੇ ਹਾਂ, ਤੇ ਇੱਕ ਪਾਈਪ ਅਰਥਿੰਗ ਹੁੰਦੀ ਹੈ। तो मेटल अर्थिंग इज द आंसर, ऑप्शन लास्ट इज द राइट आंसर है। नेक्स्ट क्वेश्चन है कि एक्स्ट्रा हाई वोल्टेज जिहड़ी लाइन तो ग्रिड सब स्टेशन की जिहड़ी अर्थ रजिस्टेंस सब तो वध यानी कि अर्थ रजिस्टेंस वध तो वध कितनी होनी चाहिए है? एक्स्ट्रा हाई वोल्टेज लाइना तो जो ग्रिड सब स्टेशन की जिहड़ी अर्थ रजिस्टेंस है वध तो वध वो कितनी होनी चाहिए है? ऑप्शन है 1 ओम, 2 ओम, 3 ओम ते 4 ओम। ये भी पेपर च कई बार क्वेश्चन इस दे नाल संबंधित आता है। ऑप्शन फर्स्ट इज द राइट आंसर है जी, वध तो वध कितनी होनी चाहिए है? 1 ओम तो वध अर्थ रजिस्टेंस जिहड़ी है नहीं होनी चाहिए। नैक्सट क्वेश्चन है पावर प्रोजेक्टां ते अर्थिंग दा वध तो वध रजिस्टेंस कितना होना चाहिए? पावर प्रोजेक्टां दे विच ऑप्शन है गैस कर सकते हो 1 ओम, 2 ओम, 0.5 यानी कि अद्धा ओम या 4 ओम। तो इसका आंसर ये आ जाना जी 0.5 ओम इज द राइट आंसर आ जाएगा।
ਕਿ ਜਿਹੜੀ ਪਾਵਰ ਪ੍ਰੋਜੈਕਟਾਂ ਦੀ ਜਿਹੜੀ ਅਰਥਿੰਗ ਹੈ ਉਹ 1 ਤੋਂ ਵੀ ਘੱਟ ਹੋਣੀ ਚਾਹੀਦੀ ਹੈ 0.5 ਓਮ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਲਾਈਟਨਿੰਗ ਅਰੈਸਟਰ ਅਰਥ ਰੈਜ਼ਿਸਟੈਂਸ ਵੱਧ ਤੋਂ ਵੱਧ ਜਿਹੜੀ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ 1 ਓਮ 2 ਓਮ 5 ਓਮ 10 ਓਮ। ਇਸ ਦਾ ਜੋ ਰਾਈਟ ਆਂਸਰ ਹੈ ਉਹ ਆ ਜਾਏਗਾ ਤੁਹਾਡੇ ਕੋਲ ਜੀ 10 ਓਮ। ਨੈਕਸਟ ਕੁਐਸਚਨ ਹੈ ਕਿ 66 ਕੇਵੀ ਲਾਈਨਾਂ ਦੇ ਟਾਵਰ ਦੀ ਫੁੱਟਿੰਗ ਰਜਿਸਟੈਂਸ, ਸਾਡੇ ਕੋਲ 66 ਕੇਵੀ ਲਾਈਨ ਦਾ ਟਾਵਰ ਹੈ, ਉਹਦੀ ਜਿਹੜੀ ਫੁੱਟਿੰਗ ਰਜਿਸਟੈਂਸ ਹੈ ਉਹ ਵੱਧ ਤੋਂ ਵੱਧ ਕਿੰਨੀ ਹੋਣੀ ਚਾਹੀਦੀ ਹੈ 4 ਓਮ 7 ਓਮ 9 ਓਮ 10 ਓਮ। ਇਸ ਦਾ ਰਾਈਟ ਆਂਸਰ ਹੈ ਕਿ 66 ਕੇਵੀ ਲਾਈਨ ਹੈ ਉਸਦੀ ਜੋ ਫੁੱਟਿੰਗ ਰਜਿਸਟੈਂਸ ਹੈ ਉਹ 7 ਓਮ ਜਿਹੜੀ ਹੈ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲ 77, ਜਿਸ ਦੇ ਵਿੱਚ ਹੈ ਕਿ 132 ਕੇਵੀ ਲਾਈਨਾਂ ਦੇ ਟਾਵਰ ਦੀ ਜਿਹੜੀ ਫੁੱਟਿੰਗ ਰਜਿਸਟੈਂਸ ਹੈ ਵੱਧ ਤੋਂ ਵੱਧ ਕਿੰਨੀ ਹੋਣੀ ਚਾਹੀਦੀ ਹੈ। ਆਪਸ਼ਨ ਹੈ 5 ਓਮ ਹੈ 12 ਓਮ ਹੈ 13 ਓਮ ਹੈ 10 ਓਮ ਹੈ। ਇਸ ਦਾ ਜੋ ਰਾਈਟ ਆਂਸਰ ਹੈ ਉਹ ਕਿੰਨਾ ਆ ਜਾਏਗਾ ਜੀ 13 ਓਮ। ਨੈਕਸਟ ਕੁਐਸਚਨ 78 ਹੈ ਜਿਸ ਦੇ ਵਿੱਚ 220 ਕੇਵੀ ਲਾਈਨਾਂ ਦੇ ਟਾਵਰ ਦੀ ਜਿਹੜੀ ਫੁੱਟਿੰਗ ਰਜਿਸਟੈਂਸ ਹੈ ਵੱਧ ਤੋਂ ਵੱਧ ਕਿੰਨੀ ਹੋਣੀ ਚਾਹੀਦੀ ਹੈ 6 ਓਮ ਹੈ 14 ਓਮ ਹੈ 22 ਓਮ ਹੈ ਜਾਂ 27 ਓਮ ਹੈ। ਇਸ ਦਾ ਰਾਈਟ ਆਂਸਰ ਆ ਜਾਏਗਾ ਜੀ 22 ਓਮ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਸਬ ਸਟੇਸ਼ਨ ਦੇ ਦੋਨਾਂ ਪੋਲਾਂ ਦਾ ਜੋ ਆਪਸੀ ਫਾਸਲਾ ਹੈ ਉਹ ਕਿੰਨਾ ਹੋਣਾ ਚਾਹੀਦਾ। ਜਦੋਂ ਅਸੀਂ ਦੋ ਪੋਲ ਲਗਾਉਂਦੇ ਹਾਂ, ਦੋ ਪੋਲ ਦੇ ਵਿੱਚ ਇੱਥੇ ਅਸੀਂ ਟਰਾਂਸਫਾਰਮਰ ਰੱਖਦੇ ਹਾਂ, ਠੀਕ ਹੈ ਜੀ। ਇੱਥੇ ਜਦੋਂ ਅਸੀਂ ਦੋ ਪੋਲ ਦੇ ਵਿੱਚ ਟਰਾਂਸਫਾਰਮਰ ਰੱਖਦੇ ਹਾਂ, ਇਹਨਾਂ ਵਿੱਚ ਜਿਹੜਾ ਫਾਸਲਾ ਹੈ ਆਪਸੀ ਫਾਸਲਾ ਜਿਹੜਾ ਉਹ ਕਿੰਨਾ ਹੋਣਾ ਚਾਹੀਦਾ ਹੈ 1700 ਮਿਲੀਮੀਟਰ ਹੋਣਾ ਚਾਹੀਦਾ ਹੈ 1750 ਮਿਲੀਮੀਟਰ ਹੋਣਾ ਚਾਹੀਦਾ 1800 ਮਿਲੀਮੀਟਰ ਹੋਣਾ ਚਾਹੀਦਾ ਜਾਂ 1850 ਮਿਲੀਮੀਟਰ ਹੋਣਾ ਚਾਹੀਦਾ। ਤੇ ਇਸ ਦਾ ਆਨਸਰ ਹੈ 1850 ਮਿਲੀਮੀਟਰ ਦੋਨਾਂ ਦੇ ਵਿੱਚ ਜਿਹੜਾ ਫਾਸਲਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਨੈਕਸਟ ਕੁਐਸਚਨ ਨੰਬਰ 80 ਹੈ ਜਿਸ ਦੇ ਵਿੱਚ ਹੈ ਕਿ ਸਬ ਸਟੇਸ਼ਨ ਦਾ ਟਰਾਂਸਫਾਰਮਰ ਬੈੱਡ ਜ਼ਮੀਨ ਤੋਂ ਕਿੰਨਾ ਉੱਚਾ ਹੋਣਾ ਚਾਹੀਦਾ ਹੈ। ਜਦੋਂ ਅਸੀਂ ਟਰਾਂਸਫਾਰਮਰ ਰੱਖਦੇ ਹਾਂ ਪੋਲ ਦੇ ਉੱਪਰ, ਉਹ ਜ਼ਮੀਨ ਤੋਂ ਉਹਦਾ ਜਿਹੜਾ ਬੈੱਡ ਹੈ ਜਿੱਥੇ ਅਸੀਂ ਟਰਾਂਸਫਾਰਮਰ ਰੱਖਣਾ ਹੈ ਉਹ ਕਿੰਨਾ ਉੱਚਾ ਹੋਣਾ ਚਾਹੀਦਾ ਹੈ 200 ਮਿਲੀਮੀਟਰ 2400 ਮਿਲੀਮੀਟਰ 2800 ਮਿਲੀਮੀਟਰ ਜਾਂ 3000 ਮਿਲੀਮੀਟਰ। ਇਸ ਦਾ ਰਾਈਟ ਆਂਸਰ ਹੈ ਇਹ ਤੁਸੀਂ ਯਾਦ ਰੱਖਣਾ 2400 ਮਿਲੀਮੀਟਰ। ਸਬ ਸਟੇਸ਼ਨ ਦਾ ਜਿਹੜਾ ਟਰਾਂਸਫਾਰਮਰ ਬੈੱਡ ਜ਼ਮੀਨ ਤੋਂ ਉਹਨੂੰ ਕਿੰਨੀ ਹਾਈਟ ਤੇ ਰੱਖਣਾ ਹੈ 2400 ਮਿਲੀਮੀਟਰ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਸਬ ਸਟੇਸ਼ਨ ਦੀ ਜਿਹੜੀ ਐਲਟੀ ਸਵਿਚ ਲਾਉਂਦੇ ਆ ਜ਼ਮੀਨ ਤੋਂ ਕਿੰਨੀ ਉਚਾਈ ਤੋਂ ਹੋਣਾ ਚਾਹੀਦਾ। ਐਲਟੀ ਸਵਿਚ ਜਿਹੜਾ ਜ਼ਮੀਨ ਤੋਂ ਕਿੰਨੀ ਉਚਾਈ ਦੇ ਕਿੰਨੀ ਹਾਈਟ ਤੇ ਹੋਣਾ ਚਾਹੀਦਾ। ਆਪਸ਼ਨ ਇਹਦਾ 1 ਮੀਟਰ ਹੈ 2 ਮੀਟਰ ਹੈ 3 ਮੀਟਰ ਹੈ 4 ਮੀਟਰ ਹੈ। ਇਸ ਦਾ ਰਾਈਟ ਆਂਸਰ ਆ ਜਾਏਗਾ ਆਪਸ਼ਨ ਸੈਕੰਡ ਆ ਜਾਏਗਾ ਜੀ 2 ਮੀਟਰ। ਉਸ ਤੋਂ ਬਾਅਦ नेक्स्ट क्वेश्चन है नेक्स्ट क्वेश्चन आ गया साडे कोल क्वेश्चन नंबर 82 है। क्वेश्चन नंबर 82 जिस दे विच है कि डिस्ट्रीब्यूशन ट्रांसफार्मर की जी वोल्टेज रेशो जी है वो कितनी होंगी है। डिस्ट्रीब्यूशन ट्रांसफार्मर ठीक है जी, उन्होंने की रेशो दसिया 11 kV बाय 0.4 kV होनी चाहिए है ਜਾਂ 12 kV होनी चाहिए है ਜਾਂ 11.5 kV होनी चाहिए है जी 11 kV 230 वोल्ट होनी चाहिए है। तो इसका आंसर फर्स्ट आना जी जी ट्रांसफार्मर जो साढ़े को डिस्ट्रीब्यूशन ट्रांसफार्मर होंगे उस जी प्राइमरी वाइंडिंग होंगी है प्राइमरी साइड होंगी है वो जी प्राइमरी साइड है वो 3 फेस 11 kV लाइन होंगी है 11 kV। तो इसकी जी सैकेंडरी है वो जी है 400 वोल्ट 400 वोल्ट कह सकते हो तुम 415 वोल्ट भी कह सकते हो। इतने लिखा उन्होंने
0.4 kV। ਇਹਦਾ ਮਤਲਬ ਕਿ 0.4 ਨੂੰ ਤੁਸੀਂ 1000 ਦੇ ਨਾਲ ਗੁਣਾ ਕਰੋਗੇ ਤਾਂ ਕਿੰਨਾ ਆ ਜਾਣਾ ਹੈ 400 ਵੋਲਟ। 3 ਫੇਜ਼ 400 ਵੋਲਟ ਹੋਏਗਾ। ਇਹਦੇ ਵਿੱਚ ਜਦੋਂ ਅਸੀਂ ਇੱਕ ਸਿੰਗਲ ਫੇਜ਼ ਦੇਵਾਂਗੇ ਤਾਂ ਸਿੰਗਲ ਫੇਜ਼ ਜਿਹੜਾ ਉਹ 230 ਵੋਲਟ ਹੋਏਗਾ ਤੇ ਆਪਸ਼ਨ ਫਸਟ ਇਸ ਦਾ ਜੋ ਹੈ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਹੈ ਟਰਾਂਸਫਾਰਮਰ ਵਿੱਚ ਲੱਗੇ ਰੇਡੀਏਟਰ ਕਿਸ ਕੰਮ ਦੇ ਲਈ ਕਰਦੇ ਆ। ਜਿਵੇਂ ਕਿ ਇਹ ਟਰਾਂਸਫਾਰਮਰ ਹੈ ਔਰ ਟਰਾਂਸਫਾਰਮਰ ਦੇ ਵਿੱਚ ਇੱਥੇ ਜਿਹੜੇ ਹੈ ਉਹ ਰੇਡੀਏਟਰ ਲੱਗੇ ਹੁੰਦੇ ਆ, ਠੀਕ ਹੈ, ਇੱਦਾਂ ਸਾਈਡਾਂ ਤੇ। ਉਹ ਕੀ ਕਰਦੇ ਆ ਟਰਾਂਸਫਾਰਮਰ ਦੀ ਬੋਡੀ ਨੂੰ ਸੋਹਣਾ ਬਣਾਉਣ ਦੇ ਲਈ ਯੂਜ਼ ਕਰਦੇ ਆ, ਜਾਂ ਟਰਾਂਸਫਾਰਮਰ ਦੇ ਤੇਲ ਨੂੰ ਸਟੋਰ ਕਰਨ ਦੇ ਲਈ, ਜਾਂ ਟਰਾਂਸਫਾਰਮਰ ਦੇ ਤੇਲ ਨੂੰ ਠੰਡਾ ਕਰਨ ਦੇ ਲਈ, ਜਾਂ ਟਰਾਂਸਫਾਰਮਰ ਦੇ ਰੇਡੀਏਟਰ ਨਾਲ ਲੱਗੇ ਨਹੀਂ ਹੁੰਦੇ। ਇਸ ਦਾ ਆਨਸਰ ਕੀ ਆ ਜਾਏਗਾ ਕਿ ਇਹ ਕੀ ਕੰਮ ਕਰਦੇ ਆ ਟਰਾਂਸਫਾਰਮਰ ਦੇ ਤੇਲ ਨੂੰ ਠੰਡਾ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਆ ਰੇਡੀਏਟਰ। ਰੇਡੀਏਟਰ ਟਰਾਂਸਫਾਰਮਰ ਦੇ ਤੇਲ ਨੂੰ ਠੰਡਾ ਕਰਨ ਦੇ ਲਈ ਵਰਤੇ ਜਾਂਦੇ ਆ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਕੁਐਸਚਨ ਆ ਗਿਆ ਕਿ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਦੇ ਜਿਹੜੀ LT ਵਾਈਂਡਿੰਗ ਦੇ ਜਿਹੜੇ ਕਨੈਕਸ਼ਨ ਹੈ ਉਹ ਕਿਸ ਤਰ੍ਹਾਂ ਕੀਤੇ ਹੁੰਦੇ ਆ। ਦੇਖੋ ਇੱਕ ਟਰਾਂਸਫਾਰਮਰ ਹੈ, ਇਹ ਜਿਹੜੀ ਸਾਈਡ ਹੁੰਦੀ ਹੈ ਇਹਨੂੰ ਅਸੀਂ HT ਸਾਈਡ ਕਹਿੰਦੇ ਆ, ਜਿਹਨੂੰ ਅਸੀਂ ਪ੍ਰਾਇਮਰੀ ਸਾਈਡ ਵੀ ਕਹਿੰਦੇ ਆ, ਪ੍ਰਾਇਮਰੀ ਸਾਈਡ। ਔਰ ਦੂਸਰੀ ਸਾਈਡ ਜਿਹੜੀ ਹੈ ਇਹ ਸਾਡੇ ਕੋਲ ਹੁੰਦੀ ਹੈ ਸੈਕੰਡਰੀ ਸਾਈਡ, ਔਰ ਸੈਕੰਡਰੀ ਸਾਈਡ ਨੂੰ ਅਸੀਂ ਕੀ ਕਹਿੰਦੇ ਆ LT ਵੀ ਕਹਿੰਦੇ ਆ, ਠੀਕ ਹੈ। ਔਰ ਜਿਹੜਾ ਅਗਰ ਪ੍ਰਾਇਮਰੀ ਸਾਈਡ HT ਸਾਈਡ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜਾ ਡੈਲਟਾ ਕਨੈਕਸ਼ਨ ਹੁੰਦਾ ਹੈ, ਇਸ ਦੇ ਵਿੱਚ ਡੈਲਟਾ ਕਨੈਕਸ਼ਨ ਹੁੰਦਾ ਹੈ। ਔਰ LT ਸਾਈਡ ਤੇ ਇਹ ਜਿਹੜਾ ਕਨੈਕਸ਼ਨ ਹੈ ਉਹ ਸਟਾਰ 'ਚ ਹੁੰਦਾ ਹੈ, ਸਟਾਰ 'ਚ ਹੁੰਦਾ ਹੈ ਕਿਉਂਕਿ LT ਸਾਈਡ ਸਾਨੂੰ ਨਿਊਟਰਲ ਪੁਆਇੰਟ ਵੀ ਚਾਹੀਦਾ ਹੁੰਦਾ ਹੈ, ਔਰ ਨਿਊਟਰਲ ਪੁਆਇੰਟ ਸਾਨੂੰ ਸਿਰਫ ਸਟਾਰ ਦੇ ਵਿੱਚ ਹੀ ਮਿਲਦਾ ਹੈ। ਤੋ ਇਸ ਕਰਕੇ ਜੋ ਇਸ ਦਾ ਆਨਸਰ ਹੈ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਜਿਹੜੀ LT ਵਾਈਂਡਿੰਗ ਹੈ ਉਹਦਾ ਜਿਹੜਾ ਕਨੈਕਸ਼ਨ ਹੈ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਜੀ, ਸਟਾਰ ਦੇ ਵਿੱਚ ਕੀਤਾ ਜਾਂਦਾ ਹੈ। ਅਗਰ ਤੁਹਾਨੂੰ HT ਸਾਈਡ ਦਾ ਪੁੱਛਿਆ ਜਾਂਦਾ, ਹਾਈ ਟੈਂਸ਼ਨ ਸਾਈਡ ਦਾ ਪੁੱਛਿਆ ਜਾਂਦਾ, ਪ੍ਰਾਇਮਰੀ ਸਾਈਡ ਦਾ, ਤਾਂ ਉਸ ਦੇ ਵਿੱਚ ਅਸੀਂ ਡੈਲਟਾ ਕਨੈਕਸ਼ਨ ਜਿਹੜਾ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਇੱਕ 100 kVA ਟਰਾਂਸਫਾਰਮਰ ਵਿੱਚ ਕਿਹੜੇ ਸਾਈਜ਼ ਜਿਹੜਾ LT ਸਵਿਚ ਦੀ ਜਿਹੜੀ ਸਮਰੱਥਾ ਹੈ ਉਹ ਅਸੀਂ ਵਰਤਾਂਗੇ। KV 100 kVA ਅਗਰ ਟਰਾਂਸਫਾਰਮਰ ਹੈ, 50 ਐਂਪੀਅਰ ਇਹ ਨਹੀਂ ਹੋ ਸਕਦਾ, 100 ਐਂਪੀਅਰ ਇਹ ਵੀ ਉਸਦੇ ਬਰਾਬਰ ਹੀ ਹੈ। ਉਸ ਤੋਂ ਜ਼ਿਆਦਾ ਰੇਟਿੰਗ ਦਾ ਯੂਜ਼ ਕਰਦੇ ਹਾਂ ਜੀ ਅਸੀਂ, ਇਹ ਆ ਜਾਏਗਾ ਸਾਡੇ ਕੋਲ 200 ਐਂਪੀਅਰ। ਆਪਸ਼ਨ ਥਰਡ ਇਸ ਦਾ ਜੋ ਹੈ ਉਹ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਅਸੀਂ ਦੇਖਦੇ ਹਾਂ। ਕੁਐਸਚਨ ਨੰਬਰ ਹੈ ਸਾਡੇ ਕੋਲ ਆ ਗਿਆ 86। 86 ਆ ਗਿਆ ਜੀਓ ਸਵਿਚ ਦੀ ਅਰਥਿੰਗ ਕਿਸ ਤਰ੍ਹਾਂ ਹੁੰਦੀ ਹੈ। ਜੀਓ ਸਵਿਚ ਇਹਨੂੰ ਅਸੀਂ ਕਹਿੰਦੇ ਆ ਜੀ ਗੈਂਗ ਆਪਰੇਟਿੰਗ ਸਵਿਚ ਵੀ ਕਹਿੰਦੇ ਆ, ਵੀ ਤੁਸੀਂ ਯਾਦ ਰੱਖਣਾ ਕਈ ਵਾਰੀ ਇਹ ਪੁੱਛਿਆ ਜਾਂਦਾ ਹੈ। ਗੈਂਗ ਆਪਰੇਟਿੰਗ ਸਵਿਚ ਉਹਨੂੰ ਅਸੀਂ ਸ਼ਾਰਟ ਫਾਰਮ 'ਚ ਕਹਿੰਦੇ ਹਾਂ GO ਸਵਿਚ। ਇਸ ਵਿੱਚ ਅਰਥਿੰਗ ਜਿਹੜੀ ਹੈ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਸਿੰਗਲ ਅਰਥਿੰਗ ਕੀਤੀ ਜਾਂਦੀ ਹੈ, ਡਬਲ ਅਰਥਿੰਗ ਕੀਤੀ ਜਾਂਦੀ ਹੈ, ਜਾਂ ਅਰਥਿੰਗ ਦੀ ਜ਼ਰੂਰਤ ਨਹੀਂ ਪੈਂਦੀ। ਤੋ ਇਸ ਦੇ ਵਿੱਚ ਡਬਲ ਅਰਥਿੰਗ ਕੀਤੀ ਜਾਂਦੀ ਹੈ। ਡਬਲ ਅਰਥਿੰਗ ਕਰਨ ਦਾ ਮਤਲਬ ਵੀ ਅਗਰ ਕਿਸੇ ਕਾਰਨ ਇੱਕ ਅਰਥਿੰਗ ਅਗਰ ਕੰਮ ਨਾ ਆਏ ਕਰ ਰਹੀ ਹੋਏਗੀ ਤੇ ਦੂਸਰੀ ਅਰਥਿੰਗ ਜਿਹੜੀ ਹੈ ਉਹ ਕੰਮ ਕਰ ਰਹੀ ਹੋਏਗੀ, ਤੇ ਇਸ ਕਰਕੇ ਇਸ ਦਾ ਆਨਸਰ ਹੈ ਆਏਗਾ ਡਬਲ ਅਰਥਿੰਗ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਜੀਓ ਸਵਿਚ ਕੱਟਣ ਲੱਗੇ ਦਸਤਾਨੇ ਕਿਉਂ ਪਾਏ ਜਾਂਦੇ ਹਨ। ਦਸਤਾਨੇ ਪਾ ਕੇ ਹੀ ਜੀਓ ਸਵਿਚ ਨੂੰ ਕੱਟਦੇ ਆ। ਕਿਉਂ ਪਾਏ ਜਾਂਦੇ ਆ? ਲੀਕੇਜ ਕਰੰਟ ਤੋਂ ਬਚਣ ਲਈ, ਹੱਥਾਂ ਨੂੰ ਸਲਿੱਪ ਹੋਣ ਤੋਂ ਬਚਣ ਲਈ, ਹੈਂਡਲ ਨੂੰ ਖਿਸਕਣ ਤੋਂ ਫੜਨ ਦੇ ਲਈ, ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। तो इसका जो राइट आंसर है वो आ जाएगा जी ऑप्शन फर्स्ट आएगी लीकेज करंट तो बचन के लिए। लीकेज करंट तो बचन के लिए असी यूज़ करते हैं उस दस्ताने। नैक्सट क्वेश्चन है पोल माउंटेड सब स्टेशन दी अर्थां का आपसी फासला कितना हुंदा है। पोल माउंटेड सब स्टेशन जिहड़ा सब स्टेशन पोल के उपर यानी कि पोल के उपर जो असी ट्रांसफार्मर रखते हैं पोल माउंटेड सब स्टेशन कहने हैं। उन्हों का आपसी फासला 6000 मिलीमीटर, 5000 मिलीमीटर, 6500 मिलीमीटर या 7000 मिलीमीटर। तो इसका जो आंसर वो आ जाएगा जी थर्ड आ जाएगा 6500 मिलीमीटर। ये इसका राइट आंसर आ गया। नैक्सट क्वेश्चन है क्वेश्चन नंबर 89 है
ਜਿਸ ਦੇ ਵਿੱਚ ਹੈ ਕਿ 11 kV ਸਿਸਟਮ ਦੇ ਲਈ ਵਰਤੇ ਜਾਣ ਵਾਲੇ ਲਾਈਟਿੰਗ ਅਰੈਸਟਰ ਦੀ ਜਿਹੜੀ ਰੇਟਿੰਗ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ? 11 kV, 8000 ਵੋਲਟ, 9 kV ਜਾਂ 9500 ਵੋਲਟ। ਇਸ ਦਾ ਜੋ ਰਾਈਟ ਆਂਸਰ ਆ ਜਾਏਗਾ ਜੀ 9 kV। 9 kV ਇਸ ਦਾ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ ਨੈਕਸਟ ਕੁਐਸਚਨ ਹੈ। ਨੈਕਸਟ ਕੁਐਸਚਨ ਜ਼ਿਆਦਾ ਉੱਪਰ ਹੋ ਗਿਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲ, ਕੁਐਸਚਨ ਨੰਬਰ 90 ਹੈ, ਜਿਸ ਦੇ ਵਿੱਚ ਬਰੀਥਰ, ਠੀਕ ਹੈ ਜੀ, ਬਰੀਥਰ ਦੇ ਵਿੱਚ ਪਾਏ ਜਾਣ ਵਾਲਾ ਜਿਹੜਾ ਸਿਲਕਾ ਜੈਲ ਹੈ, ਬਹੁਤ ਵਾਰ ਪੇਪਰ 'ਚ ਕੁਐਸਚਨ ਆਉਂਦਾ ਹੈ, ਸਿਲਕਾ ਜੈਲ ਦਾ ਜਿਹੜਾ ਸਹੀ ਹਾਲਤ ਵਿੱਚ ਰੰਗ ਕਿਹੋ ਜਿਹਾ ਹੁੰਦਾ ਹੈ? ਜਿਹੜਾ ਸਿਲਕਾ ਜੈਲ ਅਸੀਂ ਬਰੀਥਰ ਦੇ ਵਿੱਚ ਸਿਲਕਾ ਜੈਲ ਜਿਹੜਾ ਯੂਜ਼ ਕਰਦੇ ਹਾਂ, ਇਹਦਾ ਰੰਗ ਕਿਹੜਾ ਸਹੀ ਰੰਗ ਜਿਹੜਾ ਵਰਕਿੰਗ ਕੰਡੀਸ਼ਨ ਦੇ ਵਿੱਚ ਹੁੰਦਾ? ਪੀਲਾ ਰੰਗ ਹੁੰਦਾ ਹੈ, ਨੀਲਾ ਰੰਗ ਹੁੰਦਾ ਹੈ, ਜਾਂ ਗੁਲਾਬੀ ਰੰਗ ਹੁੰਦਾ ਹੈ, ਜਾਂ ਅਸਮਾਨੀ ਰੰਗ ਹੁੰਦਾ? ਜਿਹੜਾ ਵਰਕਿੰਗ ਕੰਡੀਸ਼ਨ ਦੇ ਵਿੱਚ ਹੁੰਦਾ ਹੈ ਇਸ ਦਾ ਰੰਗ ਹੁੰਦਾ ਜੀ ਅਸਮਾਨੀ। ਇਸ ਦਾ ਰੰਗ ਕੀ ਹੁੰਦਾ ਹੈ? ਅਸਮਾਨੀ। ਆਪਸ਼ਨ ਲਾਸਟ ਇਸ ਦਾ ਜੋ ਹੈ ਰਾਈਟ ਆਂਸਰ ਆ ਜਾਏਗਾ। ਨੈਕਸਟ ਕੁਐਸਚਨ ਨੰਬਰ 91 ਹੈ ਕਿ ਬਰੀਥਰ ਵਿੱਚ ਪਾਏ ਜਾਣ ਵਾਲੇ ਸਿਲਕਾ ਜੈਲ ਦਾ ਖਰਾਬ ਹਾਲਤ, ਇਹ ਤਾਂ ਹੋ ਗਈ ਠੀਕ ਹਾਲਤ, ਅਗਰ ਉਹ ਖਰਾਬ ਹਾਲਤ ਵਿੱਚ ਹੈ ਤੇ ਉਸ ਦਾ ਰੰਗ ਤੋਂ ਕਿਸ ਰੰਗ ਤੋਂ ਸਾਨੂੰ ਪਤਾ ਚੱਲ ਜਾਏਗਾ ਵੀ ਇਸ ਦਾ ਜਿਹੜਾ ਖਰਾਬ ਹੈ, ਯਾਨੀ ਕਿ ਸਿਲਕਾ ਜੈਲ ਜਿਹੜਾ ਹੈ ਖਰਾਬ ਹੋ ਚੁੱਕਿਆ ਹੈ? ਆਪਸ਼ਨ ਹੈ ਅਸਮਾਨੀ, ਨੀਲਾ, ਇਹ ਤੇ ਹੋ ਨਹੀਂ ਸਕਦਾ, ਟਿਕ ਕਰ ਚੁੱਕੀ, ਕਾਲਾ, ਔਰ ਇਸ ਦਾ ਆਂਸਰ ਆਏਗਾ ਜੀ ਗੁਲਾਬੀ। ਇਸ ਦਾ ਕੀ ਆ ਗਿਆ? ਗੁਲਾਬੀ। ਆਪਸ਼ਨ ਥਰਡ ਇਸ ਦਾ ਜੋ ਹੈ ਉਹ ਆ ਗਿਆ ਰਾਈਟ ਆਂਸਰ। ਉਸ ਤੋਂ ਬਾਅਦ ਅਸੀਂ ਨੈਕਸਟ ਕੁਐਸਚਨ ਦੇ ਕਰਦੇ ਹਾਂ। ਨੈਕਸਟ ਕੁਐਸਚਨ ਹੈ ਕਿ ਬਰੀਥਰ ਟਰਾਂਸਫਾਰਮਰ ਵਿੱਚ ਕਿੱਥੇ ਲਗਾਇਆ ਜਾਂਦਾ ਹੈ? ਬਰੀਥਰ ਜਿਹੜਾ ਯੂਜ਼ ਕਿੱਥੇ ਕੀਤਾ ਜਾਂਦਾ ਹੈ? ਮੇਨ ਬੋਡੀ, ਟਰਾਂਸਫਾਰਮਰ ਦੀ ਮੇਨ ਬੋਡੀ ਤੇ, ਜਾਂ ਡਰੇਨ ਵਾਲ ਜਿੱਥੋਂ ਤੇਲ ਬਾਹਰ ਕੱਢਦੇ ਆ, ਜਾਂ ਕੰਜ਼ਰਵੇਟਰ ਤੇ ਟੈਂਕ ਦੇ ਵਿੱਚ, ਜਾਂ ਰੇਡੀਏਟਰ ਤੇ? ਇਹ ਯੂਜ਼ ਹੁੰਦਾ ਜੀ ਕੰਜ਼ਰਵੇਟਰ ਟੈਂਕ, ਕੰਜ਼ਰਵੇਟਰ ਤੇ ਟੈਂਕ ਦੇ ਵਿੱਚ, ਠੀਕ ਹੈ। ਕੰਜ਼ਰਵੇਟਰ ਜਿਸ ਦੇ ਵਿੱਚ ਅਸੀਂ ਆਇਲ ਪਾਉਂਦੇ ਹਾਂ, ਔਰ ਟੈਂਕ ਦੇ ਨਾਲ ਇਹ ਕਨੈਕਟ ਹੁੰਦਾ ਹੈ ਕੰਜ਼ਰਵੇਟਰ, ਔਰ ਇਸ ਦੇ ਵਿੱਚ ਜਿਹੜਾ ਅਸੀਂ ਉਹ ਬਰੀਥਰ ਯੂਜ਼ ਕਰਦੇ ਹਾਂ ਕਿ ਬਾਹਰ ਦੀ ਜਿਹੜੀ ਏਅਰ ਹੈ ਬਰੀਥਰ ਦੇ ਥਰੂ ਅੰਦਰ ਆਉਂਦੀ ਹੈ, ਔਰ ਬਰੀਥਰ ਕੀ ਕਰਦਾ, ਜਿਹੜੀ ਬਾਹਰ ਦੀ ਏਅਰ ਦੇ ਵਿੱਚ ਜਿਹੜਾ ਮੋਇਸਚਰ ਹੁੰਦਾ ਹੈ ਉਹਨੂੰ ਸੋਖ ਲੈਂਦਾ, ਆਪਣੇ ਵਿੱਚ ਮੋਇਸਚਰ ਨੂੰ ਸੋਖ ਲੈਂਦਾ ਹੈ, ਔਰ ਜਿਹੜੀ ਡਰਾਈ ਏਅਰ ਜਿਹੜੀ ਹੈ ਉਹ ਜਾਂਦੀ ਹੈ। ਕਿਉਂਕਿ ਅਗਰ ਮੋਇਸਚਰ ਵਾਲੀ ਏਅਰ ਅੰਦਰ ਚਲ ਜਾਏਗੀ ਤਾਂ ਜਿਹੜਾ ਆਇਲ ਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੈ ਉਹ ਘਟ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਦੇ ਵਿੱਚ ਤੇਲ 2.5 ਮਿਲੀ ਗੈਪ ਤੇ ਇਲੈਕਟ੍ਰੋਡਸ ਵਿਚਾਲੇ ਬ੍ਰੇਕ ਡਾਊਨ ਵੋਲਟੇਜ ਜਿਹੜੀ ਹੈ ਕਿੰਨੀ ਹੋਣੀ ਚਾਹੀਦੀ ਹੈ? ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਦੇ ਵਿੱਚ ਜਦੋਂ ਅਸੀਂ ਤੇਲ ਦੀ ਡਾਇਲੈਕਟਿੰਗ ਸਟਰੈਂਥ ਚੈੱਕ ਕਰਦੇ ਹਾਂ ਤਾਂ ਉਸ ਦੇ ਵਿੱਚ ਜਿਹੜਾ ਗੈਪ ਰੱਖਦੇ ਹਾਂ ਉਹ 2.5 ਮਿਲੀਮੀਟਰ ਗੈਪ ਰੱਖਦੇ ਹਾਂ। ਤਾਂ ਉਸ ਦੇ ਵਿੱਚ ਜਿਹੜੀ ਡਾਇਲੈਕਟ੍ਰਿਕ ਇਲੈਕਟ੍ਰੋਡਸ ਦੇ ਵਿਚਾਲੇ ਜਦੋਂ ਅਸੀਂ ਬ੍ਰੇਕ ਡਾਊਨ ਵੋਲਟੇਜ ਜਿਹੜੀ ਹੈ ਉਹ ਕਿੰਨੀ ਹੋਣੀ ਚਾਹੀਦੀ ਉਸ ਦੇ ਵਿੱਚ? ਯਾਨੀ ਕਿ ਉਹਦੇ ਵਿੱਚ ਜਿਹੜਾ ਗੈਪ ਰੱਖੇ ਦਾ ਅਸੀਂ 2.5 ਮਿਲੀਮੀਟਰ, ਦੋ ਇਲੈਕਟ੍ਰੋਡ ਦੇ ਵਿੱਚ ਜਦੋਂ ਅਸੀਂ ਗੈਪ ਰੱਖਦੇ ਹਾਂ ਤਾਂ ਕਿੰਨੀ ਬ੍ਰੇਕ ਡਾਊਨ ਵੋਲਟੇਜ ਹੋਣੀ ਚਾਹੀਦੀ ਹੈ? ਉਹ ਵੋਲਟੇਜ ਹੁੰਦੀ ਹੈ ਜੀ 33 kV। 33 kV ਜਿਹੜੀ ਉਹ ਬ੍ਰੇਕ ਡਾਊਨ ਵੋਲਟੇਜ ਹੋਣੀ ਚਾਹੀਦੀ ਹੈ। ਨੈਕਸਟ ਕੁਐਸਚਨ ਹੈ ਕਿ ਘਰਾਂ ਦੇ ਵਿੱਚ ਜਿਹੜਾ ਫਿਊਜ਼ ਯੂਨਿਟ ਕਿੱਥੇ ਲਗਾਇਆ ਜਾਂਦਾ ਹੈ? ਐਨਰਜੀ ਮੀਟਰ ਤੋਂ ਪਹਿਲਾਂ, ਐਨਰਜੀ ਮੀਟਰ ਤੋਂ ਬਾਅਦ, ਕਿਤੇ ਵੀ ਲਗਾਇਆ ਜਾ ਸਕਦਾ ਹੈ, ਜਾਂ ਫਿਊਜ਼ ਯੂਨਿਟ ਦੀ ਜ਼ਰੂਰਤ ਨਹੀਂ ਪੈਂਦੀ? ਤਾਂ ਇਹ ਘਰਾਂ ਦੇ ਵਿੱਚ ਜਿਹੜਾ ਅਸੀਂ ਫਿਊਜ਼ ਯੂਨਿਟ ਹੈ ਇਹ ਐਨਰਜੀ ਮੀਟਰ ਤੋਂ ਬਾਅਦ ਲਗਾਇਆ ਜਾਂਦਾ ਹੈ। ਇਹ ਐਨਰਜੀ ਮੀਟਰ ਤੋਂ ਬਾਅਦ ਲਗਾਇਆ ਜਾਂਦਾ ਹੈ। ਆਪਸ਼ਨ ਸੈਕਿੰਡ ਇਸ ਦਾ ਜੋ ਹੈ ਰਾਈਟ ਆਂਸਰ ਆ ਜਾਏਗਾ। ਨੈਕਸਟ ਕੁਐਸਚਨ ਹੈ ਸਾਡੇ ਕੋਲ 95 ਹੈ, ਜਿਸ ਦੇ ਵਿੱਚ ਹੈ ਕਿ 95 ਕੁਐਸਚਨ ਨੰਬਰ, ਜਿਸ ਦੇ ਵਿੱਚ ਹੈ ਕਿ ਚਲਦੀ ਇਨਸੂਲੇਟਿਡ ਲਾਈਨ ਦਾ ਲੋਡ ਕਿਸ ਜੰਤਰ ਦੇ ਨਾਲ ਮਾਪਿਆ ਜਾਂਦਾ ਹੈ? ਵੈਰੀ ਵੈਰੀ ਇੰਪੋਰਟੈਂਟ। ਚਲਦੀ ਇਨਸੂਲੇਟਿਡ ਲਾਈਨ ਹੈ
ਉਹਦਾ ਅਗਰ ਲੋਡ ਅਸੀਂ ਮਾਪਣਾ ਹੋਏ ਕਿਹਦੇ ਨਾਲ ਮਾਪਦੇ ਆ? ਆਪਸ਼ਨ ਸਾਡੇ ਕੋਲ ਕਲਿੱਪ ਔਨ ਮੀਟਰ ਹੁੰਦਾ ਹੈ, ਮਲਟੀਮੀਟਰ ਹੁੰਦਾ ਹੈ, ਫ੍ਰੀਕੁਐਂਸੀ ਮੀਟਰ ਹੁੰਦਾ ਹੈ ਜਾਂ ਐਮੀਟਰ ਹੁੰਦਾ ਹੈ। ਤਾਂ ਚਲਦੀ ਲਾਈਨ ਜਿਹੜੀ ਇਨਸੂਲੇਟਰ ਲਾਈਨ ਦੇ ਵਿੱਚ ਜਦੋਂ ਅਸੀਂ ਕਰੰਟ ਮਾਪਣਾ ਹੋਏ ਤੇ ਕਲੈਂਪ ਔਨ ਮੀਟਰ ਜਿਹੜਾ ਯੂਜ਼ ਕਰਦੇ ਆ। ਕਿਹੜਾ ਮੀਟਰ ਯੂਜ਼ ਕਰਦੇ ਆ? ਕਲੈਂਪ ਔਨ ਮੀਟਰ। ਨੈਕਸਟ ਕੁਐਸਚਨ ਹੈ ਵੋਲਟ ਮੀਟਰ ਸਰਕਟ ਵਿੱਚ ਕਿਵੇਂ ਲਗਾਇਆ ਜਾਂਦਾ ਹੈ? ਵੋਲਟ ਮੀਟਰ ਸੀਰੀਜ਼ ਦੇ ਵਿੱਚ ਲਗਾਇਆ ਜਾਂਦਾ ਹੈ, ਪੈਰਲਲ ਦੇ ਵਿੱਚ ਲਗਾਇਆ ਜਾਂਦਾ ਹੈ ਜਾਂ ਸੀਰੀਜ਼ ਪੈਰਲਲ ਵਿੱਚ ਲਗਾਇਆ ਜਾਂਦਾ ਹੈ? ਇਸ ਦਾ ਜੋ ਰਾਈਟ ਆਂਸਰ ਆ ਜਾਏਗਾ ਜੀ, ਇਹਨੂੰ ਕਿਹਦੇ ਚ ਲਗਾਇਆ ਜਾਂਦਾ ਹੈ? ਪੈਰਲਲ ਦੇ ਵਿੱਚ। ਇਹਨੂੰ ਕਿਹਦੇ ਚ ਲਗਾਇਆ ਜਾਂਦਾ ਹੈ? ਪੈਰਲਲ ਦੇ ਵਿੱਚ ਲਗਾਇਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਟਰਾਂਸਫਾਰਮਰ ਇੰਸਟਰੂਮੈਂਟ ਟਰਾਂਸਫਾਰਮਰ ਹੈ? ਕਿਹੜਾ ਟਰਾਂਸਫਾਰਮਰ ਜਿਹੜਾ ਇੰਸਟਰੂਮੈਂਟ ਟਰਾਂਸਫਾਰਮਰ ਕਹਿੰਦੇ ਆ? ਕਰੰਟ ਟਰਾਂਸਫਾਰਮਰ, ਪਾਵਰ ਟਰਾਂਸਫਾਰਮਰ, ਆਟੋ ਟਰਾਂਸਫਾਰਮਰ, ਡਿਸਟ੍ਰੀਬਿਊਸ਼ਨ ਟਰਾਂਸਫਾਰਮਰ। ਤੋਂ ਅਸੀਂ ਜਿਹੜਾ ਕਰੰਟ ਟਰਾਂਸਫਾਰਮਰ ਹੈ ਉਹਨੂੰ ਅਸੀਂ ਕਹਿੰਦੇ ਆ ਇੰਸਟਰੂਮੈਂਟ ਟਰਾਂਸਫਾਰਮਰ। ਸ਼ਾਰਟ ਫਾਰਮ ਜਿਹਨੂੰ ਅਸੀਂ ਕਹਿ ਦਿੰਦੇ ਆ ਜੀ ਸੀਟੀ, ਕਰੰਟ ਟਰਾਂਸਫਾਰਮਰ। ਜਦੋਂ ਅਸੀਂ ਹਾਈ ਰੇਟਿੰਗ ਦੇ ਵਿੱਚ ਕਰੰਟ ਨੂੰ ਮੇਜ਼ਰ ਕਰਨਾ ਹੋਏ ਤਾਂ ਅਸੀਂ ਕਰੰਟ ਟਰਾਂਸਫਾਰਮਰ ਜਿਹੜਾ ਯੂਜ਼ ਕਰਦੇ ਹਾਂ। ਨੈਕਸਟ ਕੁਐਸਚਨ ਹੈ ਕਿ ਸੀਟੀ ਮੀਟਰ ਜਿਹਨੂੰ ਅਸੀਂ ਕਹਿੰਦੇ ਕਰੰਟ ਟਰਾਂਸਫਾਰਮਰ ਉਤਾਰਨ ਸਮੇਂ ਉਸਦੀ ਜਿਹੜੀ ਸੈਕੰਡਰੀ ਵਾਈਂਡਿੰਗ ਨੂੰ ਕਿਸ ਹਾਲਤ ਵਿੱਚ ਰੱਖਣਾ ਚਾਹੀਦਾ? ਉਹਦੀ ਜਿਹੜੀ ਸੈਕੰਡਰੀ ਵਾਈਂਡਿੰਗ ਹੈ ਓਪਨ ਰੱਖਣੀ ਚਾਹੀਦੀ ਹੈ, ਸ਼ਾਰਟ ਰੱਖਣੀ ਚਾਹੀਦੀ ਹੈ ਜਾਂ ਦੋਨਾਂ ਵਿੱਚੋਂ ਕੋਈ ਵੀ? ਉਹਦੀ ਜਿਹੜੀ ਓਪਨ ਜਿਹੜੀ ਉਸਦੀ ਜਿਹੜੀ ਸੈਕੰਡਰੀ ਵਾਈਂਡਿੰਗ ਹੈ ਉਹਨੂੰ ਕਿਹਦੇ ਚ ਰੱਖਣਾ ਚਾਹੀਦਾ ਹੈ? ਸ਼ਾਰਟ ਵਾਈਂਡਿੰਗ। ਉਹਨੂੰ ਕੀ ਕਰ ਦਿੰਦੇ ਹਾਂ ਅਸੀਂ? ਸੈਕੰਡਰੀ ਵਾਈਂਡਿੰਗ ਨੂੰ ਸ਼ਾਰਟ ਵਿੱਚ ਰੱਖਿਆ ਜਾਂਦਾ ਹੈ। ਉਹਦੀ ਜਿਹੜੀ ਸੈਕੰਡਰੀ ਵਾਈਂਡਿੰਗ ਹੈ ਸ਼ਾਰਟ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲ, ਕੁਐਸਚਨ ਪਿੱਛੇ ਰਹਿ ਗਿਆ ਇੱਕ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਕਿ ਪੋਟੈਂਸ਼ੀਅਲ ਟਰਾਂਸਫਾਰਮਰ ਦੀ ਜਿਹੜੀ ਵਰਤੋਂ ਹੈ ਕਿਉਂ ਕੀਤੀ ਜਾਂਦੀ ਹੈ? ਪੋਟੈਂਸ਼ੀਅਲ ਟਰਾਂਸਫਾਰਮਰ ਜਿਹਨੂੰ ਅਸੀਂ ਪੀਟੀ ਟਰਾਂਸਫਾਰਮਰ ਕਹਿੰਦੇ ਆ, ਕਰੰਟ ਵਧਾਉਣ ਦੇ ਲਈ, ਵੋਲਟੇਜ ਵਧਾਉਣ ਦੇ ਲਈ, ਵੋਲਟੇਜ ਘਟਾਉਣ ਦੇ ਲਈ ਜਾਂ ਕਰੰਟ ਘਟਾਉਣ ਦੇ ਲਈ? ਵੋਲਟੇਜ ਘਟਾਉਣ ਦੇ ਲਈ, ਯਾਨੀ ਕਿ ਵੋਲਟੇਜ ਨੂੰ ਅਸੀਂ ਘੱਟ ਕਰਕੇ ਇਹਦੇ ਵਿੱਚ ਜਿਹੜਾ ਅਸੀਂ ਮੇਜ਼ਰ ਕਰ ਸਕਦੇ ਹਾਂ। ਕਹਿਣ ਦਾ ਮਤਲਬ ਇਹਦੇ ਵਿੱਚ ਅਸੀਂ ਹਾਈ ਵੋਲਟੇਜ ਨੂੰ ਮੇਜ਼ਰ ਕਰਨੇ ਆ ਔਰ ਉਸਦੀ ਘੱਟ ਰੇਸ਼ੋ ਦੇ ਵਿੱਚ ਇਹਨੂੰ ਅਸੀਂ ਮੇਜ਼ਰ ਕਰਨੇ ਆ। ਇਸਦਾ ਆਨਸਰ ਆ ਜਾਏਗਾ ਵੋਲਟੇਜ ਘਟਾਉਣ ਦੇ ਲਈ। ਨੈਕਸਟ ਕੁਐਸਚਨ ਹੈ ਕਿਹੜੀ ਤਾਰ ਜਿਹੜੀ ਹੈ ਪਾਵਰ ਸਪਲਾਈ ਦੇ ਲਈ ਵਰਤੀ ਜਾਂਦੀ ਹੈ? ਨਿਊਟਰਲ ਤਾਰ, ਅਰਥ ਤਾਰ, ਫੇਜ਼ ਤਾਰ ਜਾਂ ਇਹਨਾਂ ਵਿੱਚ ਕੋਈ ਨਹੀਂ? ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਫੇਜ਼ ਤਾਰ ਜਿਹੜੀ ਅਸੀਂ ਵਰਤਦੇ ਹਾਂ। ਉਸ ਤੋਂ ਬਾਅਦ ਇੱਕ ਸਰਕਟ ਵਿੱਚ ਕਿੰਨੇ ਲਾਈਟ ਪੁਆਇੰਟ ਹੋਣੇ ਚਾਹੀਦੇ? 8, 10, 20 ਜਾਂ ਕੋਈ ਨਹੀਂ? ਦੇਖੋ ਇੱਕ ਸਰਕਟ ਦੇ ਵਿੱਚ ਤੁਹਾਡੇ ਕੋਲ ਹੋਣੇ ਚਾਹੀਦੇ ਜਾਂ ਤੇ 10 ਪੁਆਇੰਟ ਹੋਣੇ ਚਾਹੀਦੇ ਹੈ ਜਾਂ 800 ਵਾਟ ਦਾ ਲੋਡ ਹੋਣਾ ਚਾਹੀਦਾ ਇੱਕ ਸਰਕਟ ਦੇ ਵਿੱਚ। ਇਹ ਦੋਨਾਂ ਵਿੱਚੋਂ ਕੋਈ ਇੱਕ ਕੰਡੀਸ਼ਨ ਜਿਹੜੀ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ। ਜਾਂ ਤਾਂ 10 ਪੁਆਇੰਟ ਹੋਣ, ਲਾਈਟ ਪੁਆਇੰਟ 10, ਜਾਂ ਉਹਨਾਂ ਦਾ ਟੋਟਲ ਜਿਹੜਾ 800 ਵਾਟ ਤੋਂ ਵੱਧ ਜਿਹੜਾ ਇੱਕ ਸਰਕਟ ਦੇ ਵਿੱਚ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਸਵਿਚ ਬੋਰਡ ਦੀ ਜਿਹੜੀ ਉਚਾਈ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ? 12.5 ਮੀਟਰ, 10.2 ਮੀਟਰ, 3.7 ਮੀਟਰ, 1.5 ਮੀਟਰ। ਇਸ ਦਾ ਰਾਈਟ ਆਨਸਰ ਆ ਜਾਏਗਾ ਜੀ 1.5 ਮੀਟਰ, ਯਾਨੀ ਕਿ 1.5 ਮੀਟਰ ਜਿਹੜੀ ਹੈ ਇਸ ਦੀ ਜਿਹੜੀ ਹਾਈਟ ਹੈ ਉਹ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਇੰਡੀਅਨ ਇਲੈਕਟ੍ਰਿਸਿਟੀ ਦੇ ਨਿਯਮਾਂ ਦੇ ਅਨੁਸਾਰ ਜਿਹੜਾ ਲੀਕੇਜ ਕਰੰਟ ਹੈ ਉਹ ਕਿੰਨਾ ਹੋਣਾ ਚਾਹੀਦਾ ਹੈ? ਆਪਸ਼ਨ ਹੈ ਕਿ ਕੁੱਲ ਕਰੰਟ ਦਾ 2/1000 ਹਿੱਸਾ ਜਾਂ ਕੁੱਲ ਕਰੰਟ ਦਾ 4/500 ਹਿੱਸਾ ਜਾਂ ਕੁੱਲ ਕਰੰਟ ਦਾ 50,000 ਹਿੱਸਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤੋਂ ਇਸ ਦੇ ਵਿੱਚ ਜਿਹੜੀ ਜ਼ੀਰੋ ਹੈ ਉਹ ਜ਼ਿਆਦਾ ਲੱਗੀ ਦੀ ਹੈ। ਆਪਸ਼ਨ 3 ਇਜ਼ ਦਾ ਰਾਈਟ ਆਨਸਰ ਆਏਗਾ। ਤੇ ਜਿਹੜਾ ਲੀਕੇਜ ਕਰੰਟ ਹੈ ਉਹ 1/5000 ਫੁੱਲ ਲੋਡ ਦਾ ਹੋਣਾ ਚਾਹੀਦਾ ਹੈ ਜਾਂ ਤੁਸੀਂ ਕਹਿ ਸਕਦੇ ਹੋ 0.02%। ਇੰਨਾ ਹੀ ਲੀਕੇਜ ਕਰੰਟ ਜਿਹੜਾ ਹੋਣਾ ਚਾਹੀਦਾ ਹੈ ਇੰਡੀਅਨ ਇਲੈਕਟ੍ਰਿਸਿਟੀ ਰੂਲ ਦੇ ਅਕੋਰਡਿੰਗ। ਇਸ ਤੋਂ ਜ਼ਿਆਦਾ ਜਿਹੜਾ ਲੀਕੇਜ ਕਰੰਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ। 0.02% ਜਾਂ ਤੁਸੀਂ ਕਹਿ ਸਕਦੇ ਹੋ 1/5000। ਉਸ ਤੋਂ ਬਾਅਦ ਓਪਨ ਸਰਕਟ ਦੇ ਕੀ ਕਾਰਨ ਹਨ? ਫਿਊਜ਼ ਦਾ ਉੱਡਣਾ, ਬਲਬ ਦਾ ਫਿਊਜ਼ ਹੋਣਾ ਜਾਂ ਤਾਰ ਦਾ ਟੁੱਟਣਾ। ਇਹ ਸਾਰੇ ਹੀ ਆਪਸ਼ਨ ਇਸ ਦੇ ਨਾਲ ਰਿਲੇਟਡ ਹਨ ਕਿ
ਓਪਨ ਸਰਕਟ ਦੇ ਕੀ ਕਾਰਨ ਹੋ ਸਕਦੇ ਆ, ਕੋਈ ਵੀ ਫਿਊਜ਼ ਅਗਰ ਉੱਡ ਜਾਂਦਾ ਤਾਂ ਵੀ ਸਰਕਟ ਓਪਨ ਹੋ ਜਾਂਦਾ ਹੈ, ਬਲਬ ਫਿਊਜ਼ ਹੋ ਜਾਂਦਾ ਤਾਂ ਵੀ ਸਰਕਟ ਓਪਨ ਹੋ ਜਾਂਦਾ, ਜਾਂ ਤਾਰ ਟੁੱਟ ਜਾਂਦੀ ਹੈ ਤਾਂ ਵੀ ਜਿਹੜਾ ਸਰਕਟ ਜਿਹੜਾ ਉਹ ਓਪਨ ਹੋ ਜਾਂਦਾ। ਤੋ ਨੈਕਸਟ ਪਾਰਟ ਅਸੀਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਜੈ ਹਿੰਦ।